ਓਸ਼ੋ ਦਾ ਅਗਲਾ ਪ੍ਰਵਚਨ। ਕੱਲ ਸ਼ਾਮ ਦੀ ਚਰਚਾ ਵਿੱਚ ਕੁਝ ਗੱਲਾਂ ਮੈਂ ਕਹੀਆਂ ਹਨ। ਉਸ ਸਬੰਧ ਵਿੱਚ ਸਪਸ਼ਟੀਕਰਨ ਦੇ ਲਈ ਕੁਝ ਸਵਾਲ ਆਏ ਹਨ। ਇੱਕ ਮਿੱਤਰ ਨੇ ਪੁੱਛਿਆ ਹੈ ਕਿ ਜੇਕਰ ਮਾਂ ਦੇ ਪੇਟ ਵਿੱਚ ਪੁਰਸ਼ ਤੇ ਇਸਤਰੀ ਆਤਮਾ ਦੇ ਜੰਮਣ ਦੇ ਲਈ ਮੌਕੇ ਪੈਦਾ ਕਰਦੇ ਹਨ ਤਾਂ ਇਹਦਾ ਅਰਥ ਇਹ ਹੋਇਆ ਕਿ ਆਤਮਾਵਾਂ ਵੱਖੋ ਵੱਖਰੀਆਂ ਹਨ ਤੇ ਸਰਵਵਿਆਪੀ ਆਤਮਾ ਨਹੀਂ ਹੈ। ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਮੈਂ ਤਾਂ ਬਹੁਤ ਵਾਰ ਕਿਹਾ ਹੈ ਕਿ ਇੱਕ ਹੀ ਸੱਚ ਹੈ, ਇੱਕ ਹੀ ਪਰਮਾਤਮਾ ਹੈ, ਇੱਕ ਹੀ ਆਤਮਾ ਹੈ। ਫਿਰ ਇਹ ਦੋਵੇਂ ਗੱਲਾਂ ਤਾਂ ਕੰਟਰਾਡਿਕਟਰੀ, ਵਿਰੋਧੀ ਜਾਪਦੀਆਂ ਹਨ। ਇਹ ਦੋਵੇਂ ਗੱਲਾਂ ਵਿਰੋਧੀ ਨਹੀਂ ਹਨ। ਪਰਮਾਤਮਾ ਤਾਂ ਇੱਕ ਹੀ ਹੈ। ਆਤਮਾ ਤਾਂ ਅਸਲ ਵਿੱਚ ਇੱਕ ਹੀ ਹੈ, ਪਰ ਸਰੀਰ ਦੋ ਤਰ੍ਹਾਂ ਦੇ ਹਨ। ਇੱਕ ਸਰੀਰ ਜਿਹਨੂੰ ਅਸੀਂ ਸਥੂਲ ਸਰੀਰ ਕਹਿੰਦੇ ਹਾਂ, ਜੋ ਸਾਨੂੰ ਦਿਖਾਈ ਪੈਂਦਾ ਹੈ। ਇੱਕ ਸਰੀਰ ਜੋ ਸੂਖਮ ਸਰੀਰ ਹੈ, ਜੋ ਸਾਨੂੰ ਦਿਖਾਈ ਨਹੀਂ ਪੈਂਦਾ। ਇੱਕ ਸਰੀਰ ਦੀ ਜਦ ਮੌਤ ਹੁੰਦੀ ਹੈ ਤਦ ਸਥੂਲ ਸਰੀਰ ਤਾਂ ਡਿੱਗ ਜਾਂਦਾ ਹੈ, ਪਰ ਜੋ ਸੂਖਮ ਸਰੀਰ ਹੈ, ਉਹ ਜੋ ਸਟਲ ਬਾਡੀ ਹੈ, ਉਹ ਨਹੀਂ ਮਰਦੀ। ਆਤਮਾ ਦੋ ਸਰੀਰਾਂ ਦੇ ਅੰਦਰ ਵਾਸ ਕਰ ਰਹੀ ਹੈ, ਇੱਕ ਸੂਖਮ ਸਰੀਰ ਤੇ ਇੱਕ ਸਥੂਲ ਸਰੀਰ। ਮੌਤ ਦੇ ਸਮੇਂ ਸਥੂਲ ਸਰੀਰ ਡਿੱਗ ਜਾਂਦਾ ਹੈ। ਇਹ ਜੋ ਮਿੱਟੀ ਪਾਣੀ ਤੋਂ ਬਣਿਆ ਹੋਇਆ ਸਰੀਰ ਹੈ, ਇਹ ਜੋ ਹੱਡ ਮਾਸ ਚਰਬੀ ਦੀ ਦੇਹ ਹੈ, ਇਹ ਡਿੱਗ ਜਾਂਦੀ ਹੈ। ਫਿਰ ਅਤਿਅੰਤ ਸੂਖਮ ਵਿਚਾਰਾਂ ਦਾ, ਸੂਖਮ ਸੰਵੇਦਨਾਵਾਂ ਦਾ, ਸੂਖਮ ਵਾਈਬ੍ਰੇਸ਼ਨਸ ਦਾ, ਸੂਖਮ ਤੰਤੂਆਂ ਦਾ ਸਰੀਰ ਬਾਕੀ ਰਹਿ ਜਾਂਦਾ ਹੈ। ਉਹ ਤੰਤੂਆਂ ਨਾਲ ਘਿਰਿਆ ਹੋਇਆ ਸਰੀਰ ਆਤਮਾ ਦੇ ਨਾਲ ਫਿਰ ਯਾਤਰਾ ਸ਼ੁਰੂ ਕਰਦਾ ਹੈ ਤੇ ਫਿਰ ਨਵੇਂ ਜਨਮ ਦੇ ਲਈ ਸਥੂਲ ਸਰੀਰ 'ਚ ਪ੍ਰਵੇਸ਼ ਕਰਦਾ ਹੈ। ਜਦ ਇੱਕ ਮਾਂ ਦੇ ਪੇਟ 'ਚ ਨਵੀਂ ਆਤਮਾ ਦਾ ਪ੍ਰਵੇਸ਼ ਹੁੰਦਾ ਹੈ ਤਾਂ ਉਹਦਾ ਅਰਥ ਹੈ ਸੂਖਮ ਸਰੀਰ ਦਾ ਪ੍ਰਵੇਸ਼। ਮੌਤ ਦੇ ਸਮੇਂ ਸਿਰਫ ਸਥੂਲ ਸਰੀਰ ਡਿੱਗਦਾ ਹੈ, ਸੂਖਮ ਸਰੀਰ ਨਹੀਂ। ਪਰ ਪਰਮ ਮੌਤ ਦੇ ਸਮੇਂ, ਜਿਹਨੂੰ ਅਸੀਂ ਮੋਖ ਕਹਿੰਦੇ ਹਾਂ, ਉਸ ਪਰਮ ਮੌਤ ਦੇ ਸਮੇਂ ਸਥੂਲ ਸਰੀਰ ਦੇ ਨਾਲ ਹੀ ਸੂਖਮ ਸਰੀਰ ਵੀ ਡਿੱਗ ਜਾਂਦਾ ਹੈ। ਫਿਰ ਆਤਮਾ ਦਾ ਕੋਈ ਜਨਮ ਨਹੀਂ ਹੁੰਦਾ। ਫਿਰ ਉਹ ਆਤਮਾ ਵਿਰਾਟ ਵਿੱਚ ਲੀਨ ਹੋ ਜਾਂਦੀ ਹੈ। ਉਹ ਜੋ ਵਿਰਾਟ 'ਚ ਲੀਨਤਾ ਹੈ, ਉਹ ਇੱਕ ਹੀ ਹੈ, ਜਿਵੇਂ ਇੱਕ ਬੂੰਦ ਸਾਗਰ 'ਚ ਡਿੱਗ ਜਾਂਦੀ ਹੈ। ਤਿੰਨ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ। ਆਤਮਾ ਦਾ ਤੱਤ ਇੱਕ ਹੈ। ਉਸ ਆਤਮਾ ਦੇ ਤੱਤ ਦੇ ਸੰਬੰਧ 'ਚ ਆ ਕੇ ਦੋ ਤਰ੍ਹਾਂ ਦੇ ਸਰੀਰ ਕਿਰਿਆਸ਼ੀਲ ਹੁੰਦੇ ਹਨ, ਇੱਕ ਸਥੂਲ ਸਰੀਰ, ਇੱਕ ਸੂਖਮ ਸਰੀਰ। ਸਥੂਲ ਸਰੀਰ ਤੋਂ ਅਸੀਂ ਵਾਕਫ ਹਾਂ, ਸੂਖਮ ਸਰੀਰ ਤੋਂ ਜੋਗੀ ਵਾਕਫ ਹੁੰਦਾ ਹੈ ਤੇ ਯੋਗ ਦੇ ਵੀ ਜੋ ਉੱਪਰ ਉੱਠ ਜਾਂਦੇ ਹਨ, ਉਹ ਉਸ ਨਾਲ ਵਾਕਫ ਹੁੰਦੇ ਹਨ ਜੋ ਆਤਮਾ ਹੈ। ਆਮ ਅੱਖਾਂ ਦੇਖ ਪਾਉਂਦੀਆਂ ਹਨ ਸਥੂਲ ਸਰੀਰ ਨੂੰ, ਯੋਗ ਦ੍ਰਿਸ਼ਟੀ ਧਿਆਨ ਪਾਉਂਦਾ ਹੈ ਸੂਖਮ ਸਰੀਰ ਨੂੰ। ਪਰ ਧਿਆਨ ਤੋਂ ਉੱਪਰ, ਬਿਯੋਂਡ ਯੋਗ, ਸੂਖਮ ਦੇ ਵੀ ਪਾਰ, ਉਹਦੇ ਵੀ ਅੱਗੇ ਜੋ ਬਾਕੀ ਰਹਿ ਜਾਂਦਾ ਹੈ, ਉਹਦਾ ਤਾਂ ਸਮਾਧੀ 'ਚ ਅਨੁਭਵ ਹੁੰਦਾ ਹੈ। ਧਿਆਨ ਨਾਲ ਜਦ ਵੀ ਵਿਅਕਤੀ ਉੱਪਰ ਉੱਠ ਜਾਂਦਾ ਹੈ ਤਾਂ ਸਮਾਧੀ ਪ੍ਰਗਟ ਹੁੰਦੀ ਹੈ ਤੇ ਉਸ ਸਮਾਧੀ ਵਿੱਚ ਜੋ ਅਨੁਭਵ ਹੁੰਦਾ ਹੈ, ਉਹ ਪਰਮਾਤਮਾ ਦਾ ਅਨੁਭਵ ਹੈ। ਆਮ ਮਨੁੱਖ ਦਾ ਅਨੁਭਵ ਸਰੀਰ ਦਾ ਅਨੁਭਵ ਹੈ, ਸਧਾਰਨ ਜੋਗੀ ਦਾ ਅਨੁਭਵ ਸੂਖਮ ਸਰੀਰ ਦਾ ਅਨੁਭਵ ਹੈ। ਪਰਮ ਜੋਗੀ ਦਾ ਅਨੁਭਵ ਪਰਮਾਤਮਾ ਦਾ ਅਨੁਭਵ ਹੈ। ਪਰਮਾਤਮਾ ਇੱਕ ਹੈ, ਸੂਖਮ ਸਰੀਰ ਅਨੰਤ ਹਨ, ਸਥੂਲ ਸਰੀਰ ਅਨੰਤ ਹਨ। ਉਹ ਜੋ ਸੂਖਮ ਸਰੀਰ ਹੈ, ਉਹ ਹੈ ਕਾਜਲ ਬਾਡੀ। ਉਹ ਜੋ ਸੂਖਮ ਸਰੀਰ ਹੈ, ਉਹੀ ਨਵੀਂ ਸਥੂਲ ਸਰੀਰ ਗ੍ਰਹਿਣ ਕਰਦਾ ਹੈ। ਅਸੀਂ ਇੱਥੇ ਦੇਖ ਰਹੇ ਹਾਂ ਕਿ ਬਹੁਤ ਸਾਰੇ ਬੱਲਬ ਜਗੇ ਹੋਏ ਹਨ। ਬਿਜਲੀ ਤਾਂ ਇੱਕ ਹੈ, ਬਿਜਲੀ ਬਹੁਤ ਨਹੀਂ ਹੈ। ਉਹ ਊਰਜਾ, ਉਹ ਸ਼ਕਤੀ, ਉਹ ਐਨਰਜੀ ਇੱਕ ਹੈ, ਪਰ ਦੋ ਵੱਖਰੇ ਬਲਬਾਂ ਤੋਂ ਉਹ ਪ੍ਰਗਟ ਹੋ ਰਹੀ ਹੈ। ਬੱਲਬ ਦਾ ਸਰੀਰ ਵੱਖ-ਵੱਖ ਹੈ, ਉਹਦੀ ਆਤਮਾ ਇੱਕ ਹੈ। ਸਾਡੇ ਅੰਦਰ ਤੋਂ ਜੋ ਚੇਤਨਾ ਝਾਕ ਰਹੀ ਹੈ, ਉਹ ਚੇਤਨਾ ਇੱਕ ਹੈ, ਪਰ ਉਸ ਚੇਤਨਾ ਦੇ ਝਾਕਣ 'ਚ ਦੋ ਪੁਰਜ਼ਿਆਂ ਦਾ, ਦੋ ਵਹੀਕਲਸ ਦਾ ਪ੍ਰਯੋਗ ਕੀਤਾ ਗਿਆ। ਇਹ ਇੱਕ ਸੂਖਮ ਪੁਰਜ ਹੈ, ਸੂਖਮ ਦੇ, ਦੂਸਰਾ ਪੁਰਜ ਹੈ ਸਥੂਲ ਦੇ। ਸਾਡਾ ਅਨੁਭਵ ਸਥੂਲ ਦੇ ਤੱਕ ਹੀ ਰੁਕ ਜਾਂਦਾ ਹੈ। ਇਹ ਜੋ ਸਥੂਲ ਦੇ ਤੱਕ ਰੁਕ ਗਿਆ ਅਨੁਭਵ ਹੈ, ਇਹੀ ਮਨੁੱਖ ਦੀ ਜ਼ਿੰਦਗੀ ਦਾ ਸਾਰਾ ਹਨੇਰਾ ਤੇ ਦੁੱਖ ਹੈ।
ਪਰ ਕੁਝ ਲੋਕ ਸੂਖਮ ਸਰੀਰ ਉੱਤੇ ਵੀ ਰੁਕ ਸਕਦੇ ਹਨ। ਜੋ ਲੋਕ ਸੂਖਮ ਸਰੀਰ ਤੇ ਰੁਕ ਜਾਂਦੇ ਹਨ ਉਹ ਅਜਿਹਾ ਕਹਿਣਗੇ ਕਿ ਆਤਮਾਵਾਂ ਅਨੰਤ ਹਨ। ਪਰ ਜੋ ਸੂਖਮ ਸਰੀਰ ਦੇ ਵੀ ਅੱਗੇ ਚਲੇ ਜਾਂਦੇ ਹਨ ਉਹ ਕਹਿਣਗੇ ਪਰਮਾਤਮਾ ਇੱਕ ਹੈ, ਆਤਮਾ ਇੱਕ ਹੈ, ਬ੍ਰਹਮ ਇੱਕ ਹੈ। ਮੇਰੀਆਂ ਇਹਨਾਂ ਦੋਹਾਂ ਗੱਲਾਂ 'ਚ ਕੋਈ ਵਿਰੋਧ ਨਹੀਂ ਹੈ। ਮੈਂ ਜੋ ਆਤਮਾ ਦੇ ਪ੍ਰਵੇਸ਼ ਦੇ ਲਈ ਕਿਹਾ ਉਹਦਾ ਅਰਥ ਹੈ ਉਹ ਆਤਮਾ ਜਿਹਦਾ ਅਜੇ ਸੂਖਮ ਸਰੀਰ ਡਿੱਗ ਨਹੀਂ ਗਿਆ ਹੈ। ਇਸ ਲਈ ਅਸੀਂ ਕਹਿੰਦੇ ਹਾਂ ਕਿ ਜੋ ਆਤਮਾ ਪਰਮ ਮੁਕਤੀ ਨੂੰ ਉਪਲਬਧ ਹੋ ਜਾਂਦੀ ਹੈ ਉਹਦਾ ਜੰਮਣਾ ਮਰਨਾ ਬੰਦ ਹੋ ਜਾਂਦਾ ਹੈ। ਆਤਮਾ ਦਾ ਤਾਂ ਕੋਈ ਜੰਮਣਾ ਮਰਨਾ ਹੈ ਹੀ ਨਹੀਂ। ਉਹ ਤਾਂ ਨਾ ਕਦੇ ਜਨਮੀ ਹੈ ਨਾ ਕਦੇ ਮਰੇਗੀ। ਉਹ ਜੋ ਸੂਖਮ ਸਰੀਰ ਹੈ ਉਹ ਵੀ ਖਤਮ ਹੋ ਜਾਣ ਤੇ ਕੋਈ ਜੰਮਣਾ ਮਰਨਾ ਨਹੀਂ ਰਹਿ ਜਾਂਦਾ, ਕਿਉਂਕਿ ਸੂਖਮ ਸਰੀਰ ਹੀ ਕਾਰਨ ਬਣਦਾ ਹੈ ਨਵੇਂ ਜਨਮਾਂ ਦਾ। ਸੂਖਮ ਸਰੀਰ ਦਾ ਅਰਥ ਹੈ ਸਾਡੇ ਵਿਚਾਰ, ਸਾਡੀਆਂ ਕਾਮਨਾਵਾਂ, ਸਾਡੀਆਂ ਵਾਸਨਾਵਾਂ, ਸਾਡੀਆਂ ਇੱਛਾਵਾਂ, ਸਾਡੇ ਅਨੁਭਵ, ਸਾਡਾ ਗਿਆਨ। ਇਹਨਾਂ ਸਭ ਦਾ ਜੋ ਸਾਂਝਾ, ਜੋ ਇੰਟੀਗ੍ਰੇਟਿਡ ਸੀਡ ਹੈ, ਉਹਨਾਂ ਸਭ ਦਾ ਜੋ ਬੀਜ ਹੈ ਉਹ ਸਾਡਾ ਸੂਖਮ ਸਰੀਰ ਹੈ। ਉਹੀ ਸਾਨੂੰ ਅੱਗੇ ਦੀਆਂ ਯਾਤਰਾਵਾਂ ਤੇ ਲੈ ਜਾਂਦਾ ਹੈ। ਪਰ ਜਿਸ ਮਨੁੱਖ ਦੇ ਸਾਰੇ ਵਿਚਾਰ ਖਤਮ ਹੋ ਗਏ, ਜਿਸ ਮਨੁੱਖ ਦੀਆਂ ਸਾਰੀਆਂ ਵਾਸਨਾਵਾਂ ਮੱਧਮ ਪੈ ਗਈਆਂ, ਜਿਸ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਲੋਪ ਹੋ ਗਈਆਂ, ਜਿਹਦੇ ਅੰਦਰ ਹੁਣ ਕੋਈ ਵੀ ਇੱਛਾ ਬਾਕੀ ਨਹੀਂ ਰਹੀ, ਉਸ ਮਨੁੱਖ ਨੂੰ ਜਾਣ ਦੇ ਲਈ ਕੋਈ ਥਾਂ ਨਹੀਂ ਬਚਦੀ, ਜਾਣ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ, ਜਨਮ ਦੀ ਕੋਈ ਵਜ੍ਹਾ ਨਹੀਂ ਰਹਿ ਜਾਂਦੀ। ਰਾਮ ਕ੍ਰਿਸ਼ਨ ਦੀ ਜ਼ਿੰਦਗੀ 'ਚ ਇੱਕ ਅਨੋਖੀ ਘਟਨਾ ਹੈ। ਰਾਮ ਕ੍ਰਿਸ਼ਨ ਨੂੰ ਜੋ ਲੋਕ ਬਹੁਤ ਨੇੜੇ ਤੋਂ ਜਾਣਦੇ ਸਨ, ਉਹਨਾਂ ਸਭ ਨੂੰ ਇਹ ਗੱਲ ਜਾਣ ਕੇ ਬਹੁਤ ਮੁਸ਼ਕਿਲ ਹੁੰਦੀ ਸੀ ਕਿ ਰਾਮ ਕ੍ਰਿਸ਼ਨ ਵਰਗਾ ਪਰਮਹੰਸ, ਰਾਮ ਕ੍ਰਿਸ਼ਨ ਜਿਹਾ ਸਮਾਧੀ ਲਾਉਣ ਵਾਲਾ ਵਿਅਕਤੀ ਭੋਜਨ ਦੇ ਸਬੰਧ 'ਚ ਬਹੁਤ ਲਾਲਚੀ ਸੀ। ਰਾਮ ਕ੍ਰਿਸ਼ਨ ਭੋਜਨ ਦੇ ਲਈ ਬਹੁਤ ਕਾਹਲੇ ਹੁੰਦੇ ਸਨ ਤੇ ਭੋਜਨ ਦੇ ਲਈ ਇੰਨੀ ਉਡੀਕ ਕਰਦੇ ਸਨ ਕਿ ਕਈ ਵਾਰ ਉੱਠ ਕੇ ਰਸੋਈ ਵਿੱਚ ਪਹੁੰਚ ਜਾਂਦੇ ਤੇ ਪੁੱਛਦੇ, ਸ਼ਾਰਦਾ ਨੂੰ ਬਹੁਤ ਦੇਰ ਹੋ ਗਈ, ਕੀ ਬਣ ਰਿਹਾ ਅੱਜ? ਬ੍ਰਹਮ ਦੀ ਚਰਚਾ ਚੱਲਦੀ ਤੇ ਵਿੱਚੋਂ ਹੀ ਬ੍ਰਹਮ ਚਰਚਾ ਛੱਡ ਕੇ ਪਹੁੰਚ ਜਾਂਦੇ ਕਿਚਨ ਵਿੱਚ ਤੇ ਪੁੱਛਣ ਲੱਗਦੇ ਕੀ ਬਣਿਆ ਅੱਜ, ਤੇ ਲੱਭਣ ਲੱਗਦੇ। ਸ਼ਾਰਦਾ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਕਰਦੇ ਹੋ ਅਜਿਹਾ? ਲੋਕ ਕੀ ਸੋਚਦੇ ਹੋਣਗੇ ਕਿ ਬ੍ਰਹਮ ਦੀ ਚਰਚਾ ਛੱਡ ਕੇ ਇੱਕਦਮ ਅੰਨ ਦੀ ਚਰਚਾ ਉੱਤੇ ਤੁਸੀਂ ਉਤਰ ਆਉਂਦੇ ਹੋ। ਰਾਮ ਕ੍ਰਿਸ਼ਨ ਹੱਸਦੇ ਤੇ ਚੁੱਪ ਰਹਿ ਜਾਂਦੇ। ਉਹਨਾਂ ਦੇ ਸ਼ਿਸ਼ਾਂ ਨੇ ਵੀ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਇਸ ਨਾਲ ਬਹੁਤ ਬਦਨਾਮੀ ਹੁੰਦੀ ਹੈ। ਲੋਕ ਕਹਿੰਦੇ ਹਨ ਕਿ ਅਜਿਹਾ ਵਿਅਕਤੀ ਕੀ ਗਿਆਨ ਨੂੰ ਉਪਲਬਧ ਹੋਇਆ ਹੋਏਗਾ, ਜਿਹਦੀ ਅਜੇ ਰਸਨਾ, ਜਿਹਦੀ ਅਜੇ ਜੀਭ ਇੰਨੀ ਲਲਚਾਉਂਦੀ ਹੈ ਭੋਜਨ ਦੇ ਲਈ। ਇੱਕ ਦਿਨ ਸ਼ਾਰਦਾ ਨੇ ਰਾਮ ਕ੍ਰਿਸ਼ਨ ਦੀ ਪਤਨੀ ਨੇ ਬਹੁਤ ਕੁਝ ਮਾੜਾ ਚੰਗਾ ਕਿਹਾ ਤਾਂ ਰਾਮ ਕ੍ਰਿਸ਼ਨ ਨੇ ਕਿਹਾ ਕਿ ਪਾਗਲ, ਤੈਨੂੰ ਪਤਾ ਨਹੀਂ, ਜਿਸ ਦਿਨ ਮੈਂ ਭੋਜਨ ਦੇ ਪ੍ਰਤੀ ਅਣਰੁਚੀ ਪ੍ਰਗਟ ਕਰਾਂ ਤੂੰ ਸਮਝ ਲਈ ਕਿ ਹੁਣ ਮੇਰੀ ਜੀਵਨ ਯਾਤਰਾ ਸਿਰਫ 3 ਦਿਨ ਹੋਰ ਬਾਕੀ ਰਹਿ ਗਈ। ਬਸ 3 ਦਿਨ ਤੋਂ ਵੱਧ ਫਿਰ ਮੈਂ ਜੀਵਾਂਗਾ ਨਹੀਂ। ਜਿਸ ਦਿਨ ਭੋਜਨ ਦੇ ਪ੍ਰਤੀ ਮੇਰੀ ਅਣਗੌਲੀ ਹੋਵੇ ਤੂੰ ਸਮਝ ਲਈ ਕਿ 3 ਦਿਨ ਬਾਅਦ ਮੇਰੀ ਮੌਤ ਆ ਗਈ ਹੈ। ਸ਼ਾਰਦਾ ਕਹਿਣ ਲੱਗੀ, ਇਹਦਾ ਅਰਥ? ਰਾਮ ਕ੍ਰਿਸ਼ਨ ਕਹਿਣ ਲੱਗੇ, ਮੇਰੀਆਂ ਸਾਰੀਆਂ ਵਾਸਨਾਵਾਂ ਮੁੱਕ ਗਈਆਂ ਹਨ, ਮੇਰੀਆਂ ਸਾਰੀਆਂ ਇੱਛਾਵਾਂ ਲੋਪ ਹੋ ਗਈਆਂ ਹਨ, ਮੇਰੇ ਸਾਰੇ ਵਿਚਾਰ ਖਤਮ ਹੋ ਗਏ ਹਨ। ਪਰ ਜਗਤ ਦੀ ਭਲਾਈ ਦੇ ਲਈ ਮੈਂ ਰੁਕਿਆ ਰਹਿਣਾ ਚਾਹੁੰਦਾ ਹਾਂ। ਮੈਂ ਇੱਕ ਵਾਸਨਾ ਨੂੰ ਜ਼ਬਰਦਸਤੀ ਫੜਿਆ ਹੋਇਆ ਹੈ। ਜਿਵੇਂ ਕਿਸੇ ਕਿਸ਼ਤੀ ਦੀਆਂ ਸਾਰੀਆਂ ਜੰਜੀਰਾਂ ਖੁੱਲ ਗਈਆਂ ਹੋਣ ਤੇ ਇੱਕ ਜੰਜੀਰ ਨਾਲ ਕਿਸ਼ਤੀ ਅਟਕੀ ਰਹਿ ਗਈ ਹੋਵੇ ਤੇ ਇੱਕ ਜੰਜੀਰ ਹੋਰ ਟੁੱਟ ਜਾਏ ਤਾਂ ਕਿਸ਼ਤੀ ਆਪਣੀ ਅਨੰਤ ਯਾਤਰਾ ਤੇ ਨਿਕਲ ਜਾਏਗੀ। ਮੈਂ ਕੋਸ਼ਿਸ਼ ਕਰਕੇ ਰੁਕਿਆ ਹੋਇਆ। ਉਸ ਦਿਨ ਕਿਸੇ ਦੀ ਸਮਝ 'ਚ ਸ਼ਾਇਦ ਇਹ ਗੱਲ ਨਹੀਂ ਆਈ, ਪਰ ਰਾਮ ਕ੍ਰਿਸ਼ਨ ਦੀ ਮੌਤ ਤੋਂ 3 ਦਿਨ ਪਹਿਲਾਂ ਸ਼ਾਰਦਾ ਥਾਲੀ ਲਾ ਕੇ ਰਾਮ ਕ੍ਰਿਸ਼ਨ ਦੇ ਕਮਰੇ 'ਚ ਗਈ। ਉਹ ਬੈਠੇ ਹੋਏ ਦੇਖ ਰਹੇ ਸਨ। ਉਹਨਾਂ ਨੇ ਥਾਲੀ ਦੇਖ ਕੇ ਅੱਖਾਂ ਬੰਦ ਕਰ ਲਈਆਂ, ਲੇਟ ਗਏ, ਪਿੱਠ ਕਰ ਲਈ ਸ਼ਾਰਦਾ ਦੇ ਵੱਲ। ਉਹਨੂੰ ਇੱਕਦਮ ਖਿਆਲ ਆਇਆ ਕਿ ਉਹਨਾਂ ਨੇ ਕਿਹਾ ਸੀ ਕਿ 3 ਦਿਨ ਬਾਅਦ ਮੌਤ ਹੋ ਜਾਏਗੀ, ਜਿਸ ਦਿਨ ਭੋਜਨ ਦੇ ਪ੍ਰਤੀ ਅਣਰੁਚੀ ਪ੍ਰਗਟ ਕਰਾਂ। ਉਹਦੇ ਹੱਥੋਂ ਥਾਲੀ ਹੇਠਾਂ ਡਿੱਗ ਪਈ
ਉਹ ਛਾਤੀ ਪਿੱਟ ਕੇ ਰੋਣ ਲੱਗੀ। ਰਾਮ ਕਿਸ਼ਨ ਨੇ ਕਿਹਾ, ਰੋ ਨਾ, ਤੂੰ ਜੋ ਕਹਿੰਦੀ ਸੀ ਉਹ ਗੱਲ ਵੀ ਹੁਣ ਪੂਰੀ ਹੋ ਗਈ। ਠੀਕ 3 ਦਿਨ ਬਾਅਦ ਰਾਮ ਕਿਸ਼ਨ ਦੀ ਮੌਤ ਹੋ ਗਈ। ਇੱਕ ਛੋਟੀ ਜਿਹੀ ਵਾਸਨਾ ਨੂੰ ਕੋਸ਼ਿਸ਼ ਕਰਕੇ ਉਹਨਾਂ ਰੋਕਿਆ ਹੋਇਆ ਸੀ। ਉਨੀ ਛੋਟੀ ਜਿਹੀ ਵਾਸਨਾ ਜੀਵਨ ਯਾਤਰਾ ਦਾ ਆਧਾਰ ਬਣੀ ਸੀ। ਉਹ ਵਾਸਨਾ ਵੀ ਚਲੀ ਗਈ ਤਾਂ ਜੀਵਨ ਯਾਤਰਾ ਦਾ ਸਾਰਾ ਆਧਾਰ ਖਤਮ ਹੋ ਗਿਆ। ਜਿਨ੍ਹਾਂ ਨੂੰ ਅਸੀਂ ਤੀਰਥੰਕਰ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਬੁੱਧ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਈਸ਼ਵਰ ਦੇ ਪੁੱਤਰ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਅਵਤਾਰ ਕਹਿੰਦੇ ਆ, ਉਹਨਾਂ ਦੀ ਵੀ ਇੱਕ ਹੀ ਵਾਸਨਾ ਬਾਕੀ ਰਹਿ ਗਈ ਹੁੰਦੀ ਹੈ ਤੇ ਉਸ ਵਾਸਨਾ ਨੂੰ ਉਹ ਬਾਕੀ ਰੱਖਣਾ ਚਾਹੁੰਦੇ ਹਨ। ਕਰੁਣਾ ਦੇ ਹਿੱਤ, ਸਰਬ ਮੰਗਲ ਦੇ ਹਿੱਤ, ਸਰਵਲੋਕ ਦੇ ਹਿੱਤ। ਜਿਸ ਦਿਨ ਉਹ ਵਾਸਨਾ ਵੀ ਖਤਮ ਹੋ ਜਾਂਦੀ ਹੈ, ਉਸੇ ਦਿਨ ਜ਼ਿੰਦਗੀ ਦੀ ਇਹ ਯਾਤਰਾ ਖਤਮ ਤੇ ਅਨੰਤ ਦੀ ਅੰਤਹੀਣ ਯਾਤਰਾ ਸ਼ੁਰੂ ਹੋ ਜਾਂਦੀ ਹੈ। ਉਸ ਦੇ ਬਾਅਦ ਜਨਮ ਨਹੀਂ ਹੈ, ਉਸ ਦੇ ਬਾਅਦ ਮਰਨ ਨਹੀਂ ਹੈ, ਉਸ ਦੇ ਬਾਅਦ ਨਾ ਇੱਕ ਹੈ ਨਾ ਅਨੇਕ ਹੈ। ਉਸ ਦੇ ਬਾਅਦ ਤਾਂ ਜੋ ਬਾਕੀ ਰਹਿ ਜਾਂਦਾ ਹੈ ਉਹਨੂੰ ਗਿਣਤੀ 'ਚ ਗਿਣਨ ਦਾ ਕੋਈ ਉਪਾਅ ਨਹੀਂ ਹੈ। ਇਸ ਲਈ ਜੋ ਜਾਣਦੇ ਹਨ ਉਹ ਇਹ ਵੀ ਨਹੀਂ ਕਹਿੰਦੇ ਕਿ ਬ੍ਰਹਮ ਇੱਕ ਹੈ, ਪਰਮਾਤਮਾ ਇੱਕ ਹੈ, ਕਿਉਂਕਿ ਇੱਕ ਕਹਿਣਾ ਫਜ਼ੂਲ ਹੈ ਜਦ ਕਿ 2 ਦੀ ਗਿਣਤੀ ਨਾ ਬਣਦੀ ਹੋਵੇ। ਇੱਕ ਕਹਿਣ ਦਾ ਕੋਈ ਅਰਥ ਨਹੀਂ ਜਦ ਕਿ 2 3 ਨਾ ਕਹੇ ਜਾ ਸਕਦੇ ਹੋਣ। ਇੱਕ ਕਹਿਣਾ ਤਦ ਤੱਕ ਹੀ ਅਰਥਪੂਰਨ ਹੈ ਜਦ ਤੱਕ ਕਿ 2 3 4 ਵੀ ਅਰਥਪੂਰਨ ਹੁੰਦੇ ਹਨ। ਸੰਖਿਆਵਾਂ ਦੇ ਵਿੱਚ ਹੀ ਇੱਕ ਦੀ ਸਾਰਥਕਤਾ ਹੈ। ਇਸ ਲਈ ਜੋ ਜਾਣਦੇ ਹਨ ਉਹ ਇਹ ਵੀ ਕਹਿੰਦੇ ਹਨ ਕਿ ਬ੍ਰਹਮ ਇੱਕ ਹੈ। ਉਹ ਕਹਿੰਦੇ ਹਨ ਬ੍ਰਹਮ ਅਦਵੈਤ ਨਾਨ ਡਿਊਅਲ ਹੈ, 2 ਨਹੀਂ ਹੈ। ਬਹੁਤ ਅਨੋਖੀ ਗੱਲ ਕਹਿੰਦੇ ਹਨ। ਉਹ ਕਹਿੰਦੇ ਹਨ ਪਰਮਾਤਮਾ 2 ਨਹੀਂ ਹੈ। ਉਹ ਇਹ ਕਹਿੰਦੇ ਹਨ ਕਿ ਪਰਮਾਤਮਾ ਨੂੰ ਗਿਣਤੀ 'ਚ ਗਿਣਨ ਦਾ ਉਪਾਅ ਨਹੀਂ ਹੈ। ਇੱਕ ਕਹਿ ਕੇ ਵੀ ਅਸੀਂ ਗਿਣਤੀ 'ਚ ਗਿਣਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਵਿਅਰਥ ਹੈ। ਪਰ ਉਸ ਤੱਕ ਪਹੁੰਚਣਾ ਤਾਂ ਦੂਰ, ਅਜੇ ਤਾਂ ਅਸੀਂ ਸਥੂਲ ਸਰੀਰ ਤੇ ਖੜੇ ਹਾਂ। ਉਸ ਸਰੀਰ ਤੇ ਜੋ ਅਨੰਤ ਹੈ, ਅਨੇਕ ਹੈ, ਉਸ ਸਰੀਰ ਦੇ ਅੰਦਰ ਅਸੀਂ ਪ੍ਰਵੇਸ਼ ਕਰਾਂਗੇ ਤਾਂ ਇੱਕ ਹੋਰ ਸਰੀਰ ਉਪਲਬਧ ਹੋਏਗਾ, ਸੂਖਮ ਸਰੀਰ। ਉਸ ਸਰੀਰ ਨੂੰ ਵੀ ਪਾਰ ਕਰਾਂਗੇ ਤਾਂ ਉਹ ਉਪਲਬਧ ਹੋਏਗਾ ਜੋ ਸਰੀਰ ਨਹੀਂ ਹੈ, ਅਸਰੀਰ ਹੈ, ਜੋ ਆਤਮਾ ਹੈ। ਮੈਂ ਜੋ ਕੱਲ ਕਿਹਾ ਉਸ ਵਿੱਚ ਜ਼ਰਾ ਵੀ ਵਿਰੋਧ ਨਹੀਂ ਹੈ, ਉਸ 'ਚ ਕੋਈ ਵਿਰੋਧ ਭਾਸ ਨਹੀਂ ਹੈ। ਇੱਕ ਹੋਰ ਮਿੱਤਰ ਨੇ ਪੁੱਛਿਆ ਹੈ, ਆਤਮਾ ਸਰੀਰ ਦੇ ਬਾਹਰ ਚਲੀ ਜਾਵੇ ਤਾਂ ਕਿ ਦੂਸਰੇ ਮ੍ਰਿਤ ਸਰੀਰ ਵਿੱਚ ਵੀ ਪ੍ਰਵੇਸ਼ ਕਰ ਸਕਦੀ ਹੈ? ਕਰ ਸਕਦੀ ਹੈ, ਪਰ ਦੂਸਰੇ ਮ੍ਰਿਤ ਸਰੀਰ 'ਚ ਪ੍ਰਵੇਸ਼ ਕਰਨ ਦਾ ਕੋਈ ਅਰਥ ਤੇ ਮਨੋਰਥ ਨਹੀਂ ਰਹਿ ਜਾਂਦਾ, ਕਿਉਂਕਿ ਦੂਸਰਾ ਸਰੀਰ ਇਸੇ ਲਈ ਮ੍ਰਿਤ ਹੋਇਆ ਹੈ ਕਿ ਉਸ ਸਰੀਰ 'ਚ ਰਹਿਣ ਵਾਲੀ ਆਤਮਾ ਹੁਣ ਉਸ ਸਰੀਰ 'ਚ ਰਹਿਣ ਤੋਂ ਅਸਮਰਥ ਹੋ ਗਈ। ਉਹ ਸਰੀਰ ਵਿਅਰਥ ਹੋ ਗਿਆ ਸੀ, ਇਸੇ ਲਈ ਛੱਡਿਆ ਗਿਆ ਹੈ। ਕੋਈ ਮਨੋਰਥ ਨਹੀਂ ਹੈ ਉਸ ਸਰੀਰ 'ਚ ਪ੍ਰਵੇਸ਼ ਦਾ, ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਦੂਸਰੇ ਸਰੀਰ 'ਚ ਪ੍ਰਵੇਸ਼ ਕੀਤਾ ਜਾ ਸਕੇ। ਪਰ ਇਹ ਸਵਾਲ ਪੁੱਛਣਾ ਮੁੱਲਵਾਨ ਨਹੀਂ ਹੈ ਕਿ ਅਸੀਂ ਦੂਜੇ ਦੇ ਸਰੀਰ 'ਚ ਕਿਵੇਂ ਪ੍ਰਵੇਸ਼ ਕਰੀਏ। ਆਪਣੇ ਸਰੀਰ 'ਚ ਅਸੀਂ ਕਿਵੇਂ ਬੈਠੇ ਹੋਏ ਹਾਂ ਇਹਦਾ ਵੀ ਸਾਨੂੰ ਕੋਈ ਪਤਾ ਨਹੀਂ। ਅਸੀਂ ਦੂਜੇ ਦੇ ਸਰੀਰ 'ਚ ਪ੍ਰਵੇਸ਼ ਕਰਨ ਦੀਆਂ ਫਜ਼ੂਲ ਦੀਆਂ ਗੱਲਾਂ ਉੱਤੇ ਵਿਚਾਰ ਕਰਨ ਨਾਲ ਕੀ ਫਾਇਦਾ ਉਠਾ ਸਕਦੇ ਹਾਂ। ਅਸੀਂ ਆਪਣੇ ਸਰੀਰ 'ਚ ਕਿਵੇਂ ਦਾਖਲ ਹੋ ਗਏ ਹਾਂ ਇਹਦਾ ਵੀ ਸਾਨੂੰ ਕੋਈ ਪਤਾ ਨਹੀਂ। ਅਸੀਂ ਆਪਣੇ ਸਰੀਰ 'ਚ ਕਿਵੇਂ ਜਿਉਂ ਰਹੇ ਹਾਂ ਇਹਦਾ ਵੀ ਕੋਈ ਪਤਾ ਨਹੀਂ। ਅਸੀਂ ਆਪਣੇ ਸਰੀਰ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਵੇਖ ਸਕੀਏ ਇਹਦਾ ਵੀ ਕੋਈ ਅਨੁਭਵ ਨਹੀਂ। ਦੂਸਰੇ ਦੇ ਸਰੀਰ 'ਚ ਪ੍ਰਵੇਸ਼ ਦਾ ਅਰਥ ਵੀ ਨਹੀਂ ਹੈ। ਪਰ ਵਿਗਿਆਨਕ ਰੂਪ ਨਾਲੇ ਕਿਹਾ ਜਾ ਸਕਦਾ ਹੈ ਕਿ ਦੂਜੇ ਦੇ ਸਰੀਰ ਵਿੱਚ ਪ੍ਰਵੇਸ਼ ਸੰਭਵ ਹੈ, ਕਿਉਂਕਿ ਇਹ ਸਰੀਰ ਨਾ ਦੂਸਰੇ ਦਾ ਹੈ ਨਾ ਆਪਣਾ ਹੈ। ਸਭ ਸਰੀਰ ਦੂਸਰੇ ਹਨ। ਜਦ ਮਾਂ ਦੇ ਪੇਟ 'ਚ ਇੱਕ ਆਤਮਾ ਦਾਖਲ ਹੁੰਦੀ ਹੈ ਤਦ ਵੀ ਉਸ ਸਰੀਰ ਵਿੱਚ ਹੀ ਪ੍ਰਵੇਸ਼ ਹੋ ਰਹੀ ਹੈ। ਬਹੁਤ ਛੋਟੇ ਸਰੀਰ 'ਚ ਪ੍ਰਵੇਸ਼ ਹੋ ਰਹੀ ਹੈ, ਐਟਮਿਕ ਬਾਡੀ ਵਿੱਚ ਪ੍ਰਵੇਸ਼ ਹੋ ਰਹੀ ਹੈ, ਪਰ ਸਰੀਰ ਤਾਂ ਹੈ। ਉਹ ਜੋ ਪਹਿਲੇ ਦਿਨ ਅਣੂ ਬਣਦਾ ਹੈ ਮਾਂ ਦੇ ਪੇਟ ਵਿੱਚ, ਉਸ ਅਣੂ ਨੇ ਤੁਹਾਡੇ ਸਰੀਰ ਦੇ ਪੂਰੇ ਰੂਪ ਆਕਾਰ ਨੂੰ ਆਪਣੇ ਵਿੱਚ ਛੁਪਾਇਆ ਹੋਇਆ। 50 ਸਾਲ ਬਾਅਦ ਤੁਹਾਡੇ ਵਾਲ ਸਫੈਦ ਹੋ ਜਾਣਗੇ। ਇਹ ਸੰਭਾਵਨਾ ਵੀ ਉਸ ਛੋਟੇ ਜਿਹੇ ਬੀਜ 'ਚ ਛੁਪੀ ਹੋਈ ਹੈ। ਤੁਹਾਡੀ ਅੱਖ ਦਾ ਰੰਗ ਕਿਹੋ ਜਿਹਾ ਹੋਏਗਾ ਇਹ ਸੰਭਾਵਨਾ ਵੀ ਉਸ ਬੀਜ 'ਚ ਛੁਪੀ ਹੋਈ ਹੈ।
ਤੁਹਾਡੇ ਹੱਥ ਕਿੰਨੇ ਲੰਮੇ ਹੋਣਗੇ, ਤੁਸੀਂ ਤੰਦਰੁਸਤ ਹੋਗੇ ਕਿ ਬਿਮਾਰ, ਤੁਸੀਂ ਗੋਰੇ ਹੋਗੇ ਕਿ ਕਾਲੇ, ਕੀ ਵਾਲ ਕੁੰਗਰਾਲੇ ਹੋਣਗੇ। ਇਹ ਸਾਰੀਆਂ ਗੱਲਾਂ ਉਸ ਛੋਟੇ ਜਿਹੇ ਬੀਜ ਵਿੱਚ ਪੋਟੈਂਸ਼ੀਅਲੀ ਛੁਪੀਆਂ ਹੋਈਆਂ ਹਨ। ਉਹ ਛੋਟੀ ਦੇਹ ਹੈ, ਅਟਾਮਿਕ ਬਾਡੀ ਹੈ, ਅਣੂ ਸਰੀਰ ਹੈ। ਉਸ ਅਣੂ ਸਰੀਰ 'ਚ ਆਤਮਾ ਦਾਖਲ ਹੁੰਦੀ ਹੈ। ਉਸ ਅਣੂ ਸਰੀਰ ਦੀ ਜੋ ਰਚਨਾ ਹੈ, ਉਸ ਅਣੂ ਸਰੀਰ ਦੀ ਜੋ ਹਾਲਤ ਹੈ, ਜੋ ਸਿਚੁਏਸ਼ਨ ਹੈ, ਉਹਦੇ ਅਨੁਰੂਪ ਆਤਮਾ ਉਸ ਵਿੱਚ ਦਾਖਲ ਹੁੰਦੀ ਹੈ। ਤੇ ਦੁਨੀਆ ਵਿੱਚ ਜੋ ਮਨੁੱਖ ਜਾਤੀ ਦਾ ਜੀਵਨ ਤੇ ਚੇਤਨਾ ਰੋਜ਼ਾਨਾ ਹੇਠਾਂ ਡਿੱਗਦੀ ਜਾ ਰਹੀ ਹੈ, ਉਹਦਾ ਇੱਕੋ ਇੱਕ ਕਾਰਨ ਹੈ ਕਿ ਦੁਨੀਆ ਦੇ ਪਤੀ ਪਤਨੀ ਸ੍ਰੇਸ਼ਟ ਆਤਮਾਵਾਂ ਨੂੰ ਜਨਮ ਲੈਣ ਦੀ ਸਹੂਲਤ ਪੈਦਾ ਨਹੀਂ ਕਰ ਰਹੇ ਹਨ। ਜੋ ਸਹੂਲਤ ਪੈਦਾ ਕੀਤੀ ਜਾ ਰਹੀ ਹੈ ਉਹ ਬੇਹੱਦ ਘਟੀਆ ਆਤਮਾਵਾਂ ਦੇ ਪੈਦਾ ਹੋਣ ਦੀ ਸਹੂਲਤ ਹੈ। ਬੰਦੇ ਦੇ ਮਰ ਜਾਣ ਤੋਂ ਬਾਅਦ ਜ਼ਰੂਰੀ ਨਹੀਂ ਕਿ ਉਸ ਆਤਮਾ ਨੂੰ ਛੇਤੀ ਜਨਮ ਲੈਣ ਦਾ ਮੌਕਾ ਮਿਲ ਜਾਏ। ਸਧਾਰਨ ਆਤਮਾਵਾਂ ਜੋ ਨਾ ਬਹੁਤ ਸ੍ਰੇਸ਼ਟ ਹੁੰਦੀਆਂ ਹਨ, ਨਾ ਬਹੁਤ ਘਟੀਆ ਹੁੰਦੀਆਂ ਹਨ, 13 ਦਿਨ ਦੇ ਅੰਦਰ ਨਵੇਂ ਸਰੀਰ ਦੀ ਖੋਜ ਕਰ ਲੈਂਦੀਆਂ ਹਨ। ਪਰ ਬਹੁਤ ਘਟੀਆ ਆਤਮਾਵਾਂ ਵੀ ਰੁਕ ਜਾਂਦੀਆਂ ਹਨ, ਕਿਉਂਕਿ ਉਹਨਾਂ ਘਟੀਆ ਮੌਕਾ ਮਿਲਣਾ ਮੁਸ਼ਕਿਲ ਹੁੰਦਾ ਹੈ। ਉਹਨਾਂ ਘਟੀਆ ਆਤਮਾਵਾਂ ਨੂੰ ਹੀ ਅਸੀਂ ਪ੍ਰੇਤ ਤੇ ਭੂਤ ਕਹਿੰਦੇ ਹਾਂ। ਬਹੁਤ ਸ੍ਰੇਸ਼ਟ ਆਤਮਾਵਾਂ ਵੀ ਰੁਕ ਜਾਂਦੀਆਂ ਹਨ, ਕਿਉਂਕਿ ਉਹਨੇ ਸ੍ਰੇਸ਼ਟ ਮੌਕੇ ਦਾ ਉਪਲਬਧ ਹੋਣਾ ਮੁਸ਼ਕਿਲ ਹੁੰਦਾ ਹੈ। ਉਹਨਾਂ ਸ੍ਰੇਸ਼ਟ ਆਤਮਾਵਾਂ ਨੂੰ ਹੀ ਅਸੀਂ ਦੇਵਤਾ ਕਹਿੰਦੇ ਹਾਂ। ਪਹਿਲੀ ਪੁਰਾਣੀ ਦੁਨੀਆ 'ਚ ਭੂਤ ਪ੍ਰੇਤਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਦੇਵਤਿਆਂ ਦੀ ਗਿਣਤੀ ਬਹੁਤ ਵੱਧ। ਅੱਜ ਦੀ ਦੁਨੀਆ 'ਚ ਭੂਤ ਪ੍ਰੇਤਾਂ ਦੀ ਗਿਣਤੀ ਬਹੁਤ ਵੱਧ ਹੋ ਗਈ ਹੈ ਤੇ ਦੇਵਤਿਆਂ ਦੀ ਗਿਣਤੀ ਬਹੁਤ ਘੱਟ, ਕਿਉਂਕਿ ਦੇਵ ਪੁਰਸ਼ਾਂ ਨੂੰ ਪੈਦਾ ਹੋਣ ਦਾ ਮੌਕਾ ਘੱਟ ਹੋ ਗਿਆ। ਭੂਤ ਪ੍ਰੇਤਾਂ ਨੂੰ ਪੈਦਾ ਹੋਣ ਦਾ ਮੌਕਾ ਬਹੁਤ ਤੇਜ਼ੀ ਨਾਲ ਉਪਲਬਧ ਹੋਇਆ। ਤਦ ਜੋ ਭੂਤ ਪ੍ਰੇਤ ਰੁਕੇ ਰਹਿ ਜਾਂਦੇ ਸਨ ਮਨੁੱਖ ਦੇ ਅੰਦਰ ਦਾਖਲ ਹੋਣ ਤੋਂ, ਉਹ ਸਾਰੇ ਦੇ ਸਾਰੇ ਮਨੁੱਖ ਜਾਤੀ 'ਚ ਦਾਖਲ ਹੋ ਗਏ ਹਨ। ਇਸੇ ਲਈ ਅੱਜ ਭੂਤ ਪ੍ਰੇਤਾਂ ਦਾ ਦਰਸ਼ਨ ਮੁਸ਼ਕਿਲ ਹੋ ਗਿਆ, ਕਿਉਂਕਿ ਉਹਦੇ ਦਰਸ਼ਨ ਦੀ ਕੋਈ ਲੋੜ ਨਹੀਂ। ਤੁਸੀਂ ਬੰਦੇ ਨੂੰ ਹੀ ਦੇਖ ਲਓ ਤੇ ਉਹਦੇ ਦਰਸ਼ਨ ਹੋ ਜਾਂਦੇ ਹਨ। ਤੇ ਦੇਵਤਾ ਉੱਤੇ ਸਾਡਾ ਵਿਸ਼ਵਾਸ ਘੱਟ ਹੋ ਗਿਆ, ਕਿਉਂਕਿ ਦੇਵ ਪੁਰਸ਼ ਹੀ ਜਦ ਦਿਖਾਈ ਨਾ ਪੈਂਦੇ ਹੋਣ ਤਾਂ ਦੇਵਤਾ ਉੱਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ। ਇੱਕ ਜ਼ਮਾਨਾ ਸੀ ਕਿ ਦੇਵਤਾ ਉਨੀ ਹੀ ਅਸਲੀਅਤ ਸੀ, ਉਨੀ ਹੀ ਐਕਚੁਅਲਿਟੀ ਸੀ, ਜਿੰਨਾ ਕਿ ਸਾਡੀ ਜ਼ਿੰਦਗੀ ਦੇ ਹੋਰ ਦੂਸਰੇ ਸੱਚ ਹਨ। ਜੇਕਰ ਅਸੀਂ ਵੇਦ ਦੇ ਰਿਸ਼ੀਆਂ ਨੂੰ ਪੜ੍ਹੀਏ ਤਾਂ ਅਜਿਹਾ ਨਹੀਂ ਮਾਲੂਮ ਹੁੰਦਾ ਕਿ ਉਹ ਦੇਵਤਿਆਂ ਦੇ ਸੰਬੰਧ 'ਚ ਜੋ ਗੱਲ ਕਰ ਰਹੇ ਹਨ ਉਹ ਕਿਸੇ ਕਲਪਨਾ ਦੇ ਦੇਵਤੇ ਦੇ ਸੰਬੰਧ 'ਚ ਗੱਲ ਕਰ ਰਹੇ ਹੋਣ। ਨਹੀਂ, ਉਹ ਅਜਿਹੇ ਦੇਵਤੇ ਦੀ ਗੱਲ ਕਰ ਰਹੇ ਹਨ ਜੋ ਉਹਨਾਂ ਦੇ ਨਾਲ ਗੀਤ ਗਾਉਂਦਾ ਹੈ, ਹੱਸਦਾ ਹੈ, ਗੱਲ ਕਰਦਾ ਹੈ। ਉਹ ਅਜਿਹੇ ਦੇਵਤੇ ਦੀ ਗੱਲ ਕਰ ਰਹੇ ਹਨ ਜੋ ਜਿਵੇਂ ਧਰਤੀ ਉੱਤੇ ਚੱਲਦਾ ਹੈ, ਉਹਨਾਂ ਦੇ ਬਹੁਤ ਨਜ਼ਦੀਕ ਹੈ। ਸਾਡਾ ਦੇਵ ਲੋਕ ਨਾਲ ਸਾਰਾ ਸੰਬੰਧ ਨਸ਼ਟ ਹੋਇਆ ਹੈ, ਕਿਉਂਕਿ ਸਾਡੇ ਦਰਮਿਆਨ ਅਜਿਹੇ ਪੁਰਸ਼ ਨਹੀਂ ਜੋ ਪੁਲ ਬਣ ਸਕਣ, ਜੋ ਬ੍ਰਿਜ ਬਣ ਸਕਣ, ਜੋ ਦੇਵਤਿਆਂ ਤੇ ਮਨੁੱਖਾਂ ਦੇ ਦਰਮਿਆਨ ਖੜੇ ਹੋ ਕੇ ਐਲਾਨ ਕਰ ਸਕਣ ਕਿ ਦੇਵਤੇ ਕਿਹੋ ਜਿਹੇ ਹੁੰਦੇ ਹਨ। ਤੇ ਇਹਦਾ ਸਾਰਾ ਜਿੰਮਾ ਮਨੁੱਖ ਜਾਤੀ ਦੇ ਪਤੀ ਪਤਨੀ ਦੀ ਜੋ ਵਿਵਸਥਾ ਹੈ ਉਸ ਉੱਪਰ ਨਿਰਭਰ ਹੈ। ਮਨੁੱਖ ਜਾਤੀ ਦੇ ਪਤੀ ਪਤਨੀ ਦੀ ਸਾਰੀ ਵਿਵਸਥਾ ਕੋਝੀ ਤੇ ਪਰਵਰਟਡ ਹੈ, ਅਗਲੀ ਤੇ ਪਰਵਰਟਡ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਹਜ਼ਾਰਾਂ ਸਾਲਾਂ ਤੋਂ ਪ੍ਰੇਮ ਪੂਰਨ ਵਿਆਹ ਬੰਦ ਕਰ ਦਿੱਤੇ ਹਨ ਤੇ ਵਿਆਹ ਅਸੀਂ ਬਿਨਾਂ ਪ੍ਰੇਮ ਦੇ ਕਰ ਰਹੇ ਹਾਂ। ਜੋ ਵਿਆਹ ਬਿਨਾਂ ਪ੍ਰੇਮ ਦੇ ਹੋਏਗਾ ਉਸ ਜੋੜੇ ਦੇ ਦਰਮਿਆਨ ਕਦੇ ਵੀ ਉਹ ਅਧਿਆਤਮਕ ਸੰਬੰਧ ਪੈਦਾ ਨਹੀਂ ਹੁੰਦਾ ਜੋ ਪ੍ਰੇਮ ਨਾਲ ਸੰਭਵ ਸੀ। ਉਹਨਾਂ ਦੋਹਾਂ ਦੇ ਦਰਮਿਆਨ ਕਦੇ ਵੀ ਉਹ ਹਾਰਮਨੀ, ਕਦੇ ਵੀ ਉਹ ਇੱਕ ਰੂਪਤਾ ਤੇ ਸੰਗੀਤ ਪੈਦਾ ਨਹੀਂ ਹੁੰਦਾ ਜੋ ਇੱਕ ਸ੍ਰੇਸ਼ਟ ਆਤਮਾ ਦੇ ਜਨਮ ਲਈ ਜ਼ਰੂਰੀ ਹੈ। ਉਹਨਾਂ ਦਾ ਪ੍ਰੇਮ ਸਿਰਫ ਨਾਲ ਰਹਿਣ ਦੀ ਵਜ੍ਹਾ ਨਾਲ ਪੈਦਾ ਹੋ ਗਿਆ, ਸਹਿਚਰਜ ਹੁੰਦਾ ਹੈ। ਉਹਨਾਂ ਦੇ ਪ੍ਰੇਮ 'ਚ ਉਹ ਆਤਮਾ ਦਾ ਅੰਦੋਲਨ ਨਹੀਂ ਹੁੰਦਾ ਜੋ ਦੋ ਪ੍ਰਾਣਾਂ ਨੂੰ ਇੱਕ ਕਰ ਦਿੰਦਾ ਹੈ। ਪ੍ਰੇਮ ਦੇ ਬਿਨਾਂ ਜੋ ਬੱਚੇ ਪੈਦਾ ਹੁੰਦੇ ਹਨ ਧਰਤੀ ਉੱਤੇ, ਉਹ ਬੱਚੇ ਪ੍ਰੇਮ ਪੂਰਨ ਨਹੀਂ ਹੋ ਸਕਦੇ, ਉਹ ਦੇਵਤਾ ਜਿਹੇ ਨਹੀਂ ਹੋ ਸਕਦੇ। ਉਹਨਾਂ ਦੀ ਹਾਲਤ ਭੂਤ ਪ੍ਰੇਤ ਵਰਗੀ ਹੀ ਹੋਏਗੀ।
ਉਹਨਾਂ ਦੀ ਜ਼ਿੰਦਗੀ ਘਿਰਨਾ, ਕ੍ਰੋਧ ਤੇ ਹਿੰਸਾ ਦੀ ਜ਼ਿੰਦਗੀ ਹੋਏਗੀ। ਜ਼ਰਾ ਜਿੰਨੀ ਗੱਲ ਫਰਕ ਪੈਦਾ ਕਰਦੀ ਹੈ ਜੇਕਰ ਸ਼ਖਸੀਅਤ ਦੀ ਬੁਨਿਆਦੀ ਹਾਰਮਨੀ, ਜੇਕਰ ਸ਼ਖਸੀਅਤ ਦੀ ਬੁਨਿਆਦੀ ਲੈਅਬੱਧਤਾ ਨਹੀਂ ਹੈ ਤਾਂ ਅਨੋਖੀਆਂ ਤਬਦੀਲੀਆਂ ਹੁੰਦੀਆਂ ਹਨ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ ਇਸਤਰੀਆਂ ਪੁਰਸ਼ਾਂ ਨਾਲੋਂ ਵੱਧ ਸੁੰਦਰ ਕਿਉਂ ਨਜ਼ਰ ਆਉਂਦੀਆਂ ਹਨ। ਸ਼ਾਇਦ ਤੁਹਾਨੂੰ ਖਿਆਲ ਨਹੀਂ ਹੋਏਗਾ ਇਸਤਰੀ ਦੀ ਸ਼ਖਸੀਅਤ ਵਿੱਚ ਇੱਕ ਰਾਉਂਡਨੈਸ, ਇੱਕ ਸਡੌਲਤਾ ਕਿਉਂ ਵਿਖਾਈ ਦਿੰਦੀ ਹੈ। ਉਹ ਪੁਰਸ਼ ਦੀ ਸ਼ਖਸੀਅਤ 'ਚ ਕਿਉਂ ਨਹੀਂ ਦਿਖਾਈ ਦਿੰਦੀ। ਸ਼ਾਇਦ ਤੁਹਾਨੂੰ ਖਿਆਲ ਨਹੀਂ ਹੋਏਗਾ ਕਿ ਇਸਤਰੀ ਦੀ ਸ਼ਖਸੀਅਤ ਵਿੱਚ ਇੱਕ ਸੰਗੀਤ, ਇੱਕ ਨ੍ਰਿਤ, ਇੱਕ ਇਨਰ ਡਾਂਸ, ਇੱਕ ਅੰਦਰੂਨੀ ਨਾਚ ਕਿਉਂ ਨਜ਼ਰ ਆਉਂਦਾ ਹੈ ਜੋ ਪੁਰਸ਼ ਵਿੱਚ ਦਿਖਾਈ ਨਹੀਂ ਦਿੰਦਾ। ਇੱਕ ਛੋਟਾ ਜਿਹਾ ਕਾਰਨ ਹੈ, ਬਹੁਤ ਵੱਡਾ ਕਾਰਨ ਨਹੀਂ ਹੈ, ਇੱਕ ਛੋਟਾ ਜਿਹਾ, ਇੰਨਾ ਛੋਟਾ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇੰਨੇ ਛੋਟੇ ਜਿਹੇ ਕਾਰਨ ਤੋਂ ਵੀ ਸ਼ਖਸੀਅਤ ਦਾ ਇੰਨਾ ਫਰਕ ਪੈਦਾ ਹੋ ਜਾਂਦਾ ਹੈ। ਮਾਂ ਦੇ ਪੇਟ ਵਿੱਚ ਜੋ ਬੱਚਾ ਪਹਿਲਾ ਅਣੂ ਬਣਦਾ ਹੈ, ਉਸ ਪਹਿਲੇ ਅਣੂ 'ਚ 24 ਜੀਵਾਣੂ ਪੁਰਸ਼ ਦੇ ਹੁੰਦੇ ਹਨ ਤੇ 24 ਜੀਵਾਣੂ ਇਸਤਰੀ ਦੇ ਹੁੰਦੇ ਹਨ। ਜੇਕਰ 24 ਦੇ ਦੋਵੇਂ ਜੀਵਾਣੂ ਮਿਲਦੇ ਹਨ ਤਾਂ 48 ਜੀਵਾਣੂਆਂ ਦਾ ਪਹਿਲਾ ਸੈੱਲ ਤਿਆਰ ਹੁੰਦਾ ਹੈ। 48 ਸੈੱਲ ਨਾਲ ਜੋ ਪ੍ਰਾਣ ਪੈਦਾ ਹੁੰਦਾ ਹੈ ਉਹ ਇਸਤਰੀ ਦਾ ਸਰੀਰ ਬਣ ਜਾਂਦਾ ਹੈ। ਉਹਦੀਆਂ ਦੋਵੇਂ ਬਾਹਾਂ 24 ਸੈੱਲ ਦੀਆਂ ਹੁੰਦੀਆਂ ਹਨ, ਬੈਲੈਂਸਡ, ਸੰਤੁਲਿਤ। ਪੁਰਸ਼ ਦਾ ਜੋ ਜੀਵਾਣੂ ਹੁੰਦਾ ਹੈ ਉਹ 47 ਜੀਵਾਣੂਆਂ ਦਾ ਹੁੰਦਾ ਹੈ। ਇੱਕ ਪਾਸੇ 24 ਹੁੰਦੇ ਹਨ, ਇੱਕ ਪਾਸੇ 23। ਬਸ ਇੱਕ ਬੈਲੈਂਸ ਟੁੱਟ ਗਿਆ। ਉੱਥੋਂ ਤੋਂ ਹੀ ਸ਼ਖਸੀਅਤ ਦਾ ਸੰਤੁਲਨ ਟੁੱਟ ਗਿਆ, ਹਾਰਮਨੀ ਟੁੱਟ ਗਈ। ਇਸਤਰੀ ਦੇ ਦੋਵੇਂ ਪਾਲੜੇ ਸ਼ਖਸੀਅਤ ਦੇ ਬਰਾਬਰ ਸੰਤੁਲਨ ਦੇ ਹਨ। ਉਸ ਨਾਲ ਇਸਤਰੀ ਦੀ ਸਾਰੀ ਸੁੰਦਰਤਾ, ਉਹਦੀ ਸੁਡੌਲਤਾ, ਉਹਦੀ ਕਲਾ, ਉਹਦੀ ਸ਼ਖਸੀਅਤ ਦਾ ਰਸ, ਉਹਦੀ ਸ਼ਖਸੀਅਤ ਦਾ ਕਾਵ ਪੈਦਾ ਹੁੰਦਾ ਹੈ ਤੇ ਪੁਰਸ਼ ਦੀ ਸ਼ਖਸੀਅਤ ਵਿੱਚ ਜ਼ਰਾ ਕੁ ਕਮੀ ਹੈ। ਉਹਦਾ ਇੱਕ ਪਾਲੜਾ 24 ਜੀਵਾਣੂਆਂ ਤੋਂ ਬਣਿਆ ਹੋਇਆ ਹੈ। ਮਾਂ ਤੋਂ ਜੋ ਜੀਵਾਣੂ ਮਿਲਦਾ ਹੈ ਉਹ 24 ਦਾ ਬਣਿਆ ਹੋਇਆ ਹੈ ਤੇ ਪੁਰਸ਼ ਤੋਂ ਜੋ ਮਿਲਦਾ ਹੈ ਉਹ 23 ਦਾ ਬਣਿਆ ਹੋਇਆ ਹੈ। ਪੁਰਸ਼ ਦੇ ਜੀਵਾਣੂਆਂ ਵਿੱਚ ਦੋ ਤਰ੍ਹਾਂ ਦੇ ਜੀਵਾਣੂ ਹੁੰਦੇ ਹਨ, 24 ਸੈੱਲਾਂ ਵਾਲੇ ਤੇ 23 ਸੈੱਲਾਂ ਵਾਲੇ। 23 ਸੈੱਲਾਂ ਵਾਲੇ ਜੀਵਾਣੂ ਜੇਕਰ ਮਾਂ ਦੇ 24 ਸੈੱਲਾਂ ਵਾਲੇ ਜੀਵਾਣੂ ਨਾਲ ਮਿਲਦੇ ਹਨ ਤਾਂ ਪੁਰਸ਼ ਦਾ ਜਨਮ ਹੁੰਦਾ ਹੈ। ਇਸ ਲਈ ਪੁਰਸ਼ ਵਿੱਚ ਇੱਕ ਬੇਚੈਨੀ ਜ਼ਿੰਦਗੀ ਭਰ ਬਣੀ ਰਹਿੰਦੀ ਹੈ, ਇੱਕ ਇੰਟੈਂਸ ਡਿਸਕੰਟੈਂਟ ਬਣਿਆ ਰਹਿੰਦਾ ਹੈ। ਕੀ ਕਰਾਂ, ਕੀ ਨਾ ਕਰਾਂ, ਇੱਕ ਚਿੰਤਾ, ਇੱਕ ਬੇਚੈਨੀ, ਇਹ ਕਰ ਲਵਾਂ, ਉਹ ਕਰ ਲਵਾਂ। ਪੁਰਸ਼ ਦੀ ਜੋ ਬੇਚੈਨੀ ਹੈ ਉਹ ਇੱਕ ਛੋਟੀ ਜਿਹੀ ਘਟਨਾ ਤੋਂ ਸ਼ੁਰੂ ਹੁੰਦੀ ਹੈ। ਉਹ ਘਟਨਾ ਹੈ ਕਿ ਉਹਦੇ ਇੱਕ ਪਲੜੇ 'ਚ ਇੱਕ ਅਣੂ ਘੱਟ ਹੈ, ਉਹਦੀ ਸ਼ਖਸੀਅਤ ਦਾ ਬੈਲੈਂਸ ਘੱਟ ਹੈ ਤੇ ਇਸਤਰੀ ਦਾ ਬੈਲੈਂਸ ਪੂਰਾ ਹੈ। ਇਸਤਰੀ ਦੀ ਹਾਰਮਨੀ ਪੂਰੀ ਹੈ, ਉਹਦੀ ਲੈਅਬੱਧਤਾ ਪੂਰੀ ਹੈ। ਇੰਨੀ ਕੁ ਘਟਨਾ ਇੰਨਾ ਫਰਕ ਲਿਆਉਂਦੀ ਹੈ। ਹਾਲਾਂਕਿ ਇਸ ਨਾਲ ਇਸਤਰੀ ਸੁੰਦਰ ਤਾਂ ਹੋ ਸਕੀ ਪਰ ਇਸਤਰੀ ਵਿਕਾਸਮਾਨ ਨਹੀਂ ਹੋ ਸਕੀ, ਕਿਉਂਕਿ ਜਿਸ ਸ਼ਖਸੀਅਤ ਵਿੱਚ ਸਮਤਾ ਹੈ ਉਹ ਵਿਕਾਸ ਨਹੀਂ ਕਰ ਪਾਉਂਦੀ, ਉਹ ਠਹਿਰ ਜਾਂਦੀ ਹੈ। ਪੁਰਸ਼ ਦੀ ਸ਼ਖਸੀਅਤ ਸੰਤੁਲਿਤ ਨਹੀਂ ਹੈ। ਸੰਤੁਲਿਤ ਨਾ ਹੋਣ ਕਾਰਨ ਉਹ ਦੌੜਦਾ ਹੈ, ਵਿਕਾਸ ਕਰਦਾ ਹੈ, ਐਵਰੈਸਟ ਤੇ ਚੜ੍ਹਦਾ ਹੈ, ਪਹਾੜ ਪਾਰ ਕਰਦਾ ਹੈ, ਚੰਦ ਉੱਤੇ ਜਾਏਗਾ, ਤਾਰਿਆਂ ਤੇ ਜਾਏਗਾ, ਖੋਜਬੀਨ ਕਰੇਗਾ, ਸੋਚੇਗਾ, ਵਿਚਾਰੇਗਾ, ਗ੍ਰੰਥ ਲਿਖੇਗਾ, ਧਰਮ ਨਿਰਮਾਣ ਕਰੇਗਾ। ਇਸਤਰੀ ਇਹ ਕੁਝ ਵੀ ਨਹੀਂ ਕਰੇਗੀ। ਨਾ ਉਹ ਐਵਰੈਸਟ ਤੇ ਜਾਏਗੀ, ਨਾ ਉਹ ਚੰਨ ਤਾਰਿਆਂ ਤੇ ਜਾਏਗੀ, ਨਾ ਉਹ ਧਰਮਾਂ ਦੀ ਖੋਜ ਕਰੇਗੀ, ਨਾ ਉਹ ਗ੍ਰੰਥ ਲਿਖੇਗੀ, ਨਾ ਉਹ ਵਿਗਿਆਨ ਦੀ ਰਿਸਰਚ ਕਰੇਗੀ। ਉਹ ਕੁਝ ਵੀ ਨਹੀਂ ਕਰੇਗੀ। ਉਹਦੀ ਸ਼ਖਸੀਅਤ ਵਿੱਚ ਇੱਕ ਸੰਤੁਲਨ ਹੈ। ਉਹ ਸੰਤੁਲਨ ਉਹਨੂੰ ਪਾਰ ਹੋਣ ਦੇ ਲਈ ਤੇਜ਼ੀ ਨਾਲ ਨਹੀਂ ਭਰਦਾ। ਪੁਰਸ਼ ਨੇ ਸਾਰੀ ਸਭਿਅਤਾ ਵਿਕਸਿਤ ਕੀਤੀ ਇੱਕ ਛੋਟੀ ਜਿਹੀ ਗੱਲ ਦੇ ਕਾਰਨ ਕਿ ਉਸ ਵਿੱਚ ਇੱਕ ਅਣੂ ਘੱਟ ਹੈ, ਤੇ ਇਸਤਰੀ ਨੇ ਸਾਰੀਆਂ ਸਭਿਅਤਾਵਾਂ ਵਿਕਸਿਤ ਨਹੀਂ ਕੀਤੀਆਂ, ਉਸ ਵਿੱਚ ਇੱਕ ਅਣੂ ਪੂਰਾ ਹੈ। ਇੰਨੀ ਛੋਟੀ ਜਿਹੀ ਘਟਨਾ ਇੰਨਾ ਸ਼ਖਸੀਅਤ ਦਾ ਫਰਕ ਲਿਆ ਸਕਦੀ ਹੈ। ਮੈਂ ਇਸ ਲਈ ਇਹ ਕਹਿ ਰਿਹਾ ਕਿ ਇਹ ਤਾਂ ਬਾਇਓਲੋਜੀਕਲ ਹੈ, ਇਹ ਤਾਂ ਜੀਵ ਸ਼ਾਸਤਰ ਕਹੇਗਾ ਕਿ ਇੰਨਾ ਕੁ ਫਰਕ ਇੰਨੀਆਂ ਵੱਖਰੀਆਂ ਸ਼ਖਸੀਅਤਾਂ ਨੂੰ ਜਨਮ ਦੇ ਦਿੰਦਾ ਹੈ। ਹੋਰ ਵੀ ਗੂੜੇ ਫਰਕ ਹਨ, ਹੋਰ ਇਨਰ ਡਿਫਰੈਂਸ ਹਨ। ਪੁਰਸ਼ ਤੇ ਇਸਤਰੀ ਦੇ ਮਿਲਣ ਤੇ ਜਿਸ ਬੱਚੇ ਦਾ ਜਨਮ ਹੁੰਦਾ ਹੈ
ਉਹਨਾਂ ਦੋਹਾਂ ਵਿਅਕਤੀਆਂ 'ਚ ਕਿੰਨਾ ਗੂੜਾ ਪ੍ਰੇਮ ਹੈ, ਕਿੰਨੀ ਅਧਿਆਤਮਕਤਾ ਹੈ, ਕਿੰਨੀ ਪਵਿੱਤਰਤਾ ਹੈ, ਕਿੰਨੇ ਪ੍ਰੇਅਰਫੁਲ, ਕਿੰਨੇ ਪ੍ਰਾਰਥਨਾ ਪੂਰਨ ਹਿਰਦੇ ਨਾਲ ਉਹ ਇੱਕ ਦੂਜੇ ਨੂੰ ਦੇ ਕੋਲ ਆਏ ਹਨ। ਇਸ ਉੱਤੇ ਨਿਰਭਰ ਕਰੇਗਾ ਕਿ ਕਿੰਨੀ ਉੱਚੀ ਆਤਮਾ ਉਹਨਾਂ ਵੱਲ ਨੂੰ ਆਕਰਸ਼ਿਤ ਹੁੰਦੀ ਹੈ, ਕਿੰਨੀ ਵਿਰਾਟ ਆਤਮਾ ਉਹਨਾਂ ਵੱਲ ਨੂੰ ਆਕਰਸ਼ਿਤ ਹੁੰਦੀ ਹੈ, ਕਿੰਨੀ ਮਹਾਨ ਦਿਵ ਚੇਤਨਾ ਉਸ ਘਰ ਨੂੰ ਆਪਣਾ ਮੱਕਾ ਬਣਾਉਂਦੀ ਹੈ। ਇਹ ਇਸ ਉੱਤੇ ਨਿਰਭਰ ਰਹੇਗਾ। ਮਨੁੱਖ ਜਾਤੀ ਕਮਜ਼ੋਰ ਤੇ ਦੀਨ ਤੇ ਦਰਿਦਰ ਤੇ ਦੁਖੀ ਹੁੰਦੀ ਚਲੀ ਜਾ ਰਹੀ ਹੈ। ਉਹਦੇ ਬਹੁਤ ਡੂੰਘੇ ਕਾਰਨ ਮਨੁੱਖ ਦੇ ਵਿਆਹਤਾ ਜੀਵਨ ਦਾ ਵਿਗੜ ਜਾਣਾ ਹੁੰਦਾ ਹੈ। ਤੇ ਜਦ ਤੱਕ ਅਸੀਂ ਮਨੁੱਖ ਦੇ ਵਿਆਹਤਾ ਜੀਵਨ ਨੂੰ ਸੁਚੱਜਾ, ਸੋਚ ਭਰਿਆ ਨਹੀਂ ਕਰ ਲੈਂਦੇ, ਜਦ ਤੱਕ ਉਹਨੂੰ ਅਸੀਂ ਸਪਿਰਚੁਅਲਾਈਜ਼ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਮਨੁੱਖ ਦੇ ਭਵਿੱਖ ਨੂੰ ਸੁਧਾਰ ਨਹੀਂ ਸਕਦੇ ਹਾਂ। ਤੇ ਇਸ ਦੁਰਭਾਗ ਵਿੱਚ ਉਹਨਾਂ ਲੋਕਾਂ ਦਾ ਵੀ ਹੱਥ ਹੈ ਜਿਨ੍ਹਾਂ ਲੋਕਾਂ ਨੇ ਗ੍ਰਸਥ ਜੀਵਨ ਦੀ ਨਿੰਦਾ ਕੀਤੀ ਹੈ ਤੇ ਸੰਨਿਆਸੀ ਜੀਵਨ ਦਾ ਬਹੁਤ ਜ਼ਿਆਦਾ ਰੌਲਾ ਰੱਪਾ ਮਚਾਇਆ। ਉਹਨਾਂ ਦਾ ਹੱਥ ਹੈ, ਕਿਉਂਕਿ ਇੱਕ ਵਾਰ ਜਦ ਗ੍ਰਸਥ ਜੀਵਨ ਕੰਡੈਮਡ ਹੋ ਗਿਆ, ਨਿੰਦਿਤ ਹੋ ਗਿਆ, ਤਾਂ ਉਸ ਪਾਸੇ ਅਸੀਂ ਵਿਚਾਰ ਕਰਨਾ ਛੱਡ ਦਿੱਤਾ। ਨਹੀਂ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਸੰਨਿਆਸ ਦੇ ਰਸਤੇ ਤੋਂ ਬਹੁਤ ਥੋੜੇ ਜਿਹੇ ਲੋਕ ਹੀ ਪਰਮਾਤਮਾ ਤੱਕ ਪਹੁੰਚ ਸਕਦੇ ਹਨ। ਬਹੁਤ ਥੋੜੇ ਜਿਹੇ ਲੋਕ, ਕੁਝ ਖਾਸ ਤਰ੍ਹਾਂ ਦੇ ਲੋਕ, ਕੁਝ ਬਹੁਤ ਹੀ ਵੱਖਰੀ ਤਰ੍ਹਾਂ ਦੇ ਲੋਕ ਸੰਨਿਆਸ ਦੇ ਰਸਤੇ ਤੋਂ ਪਰਮਾਤਮਾ ਤੱਕ ਪਹੁੰਚਦੇ ਹਨ। ਜ਼ਿਆਦਾਤਰ ਲੋਕ ਗ੍ਰਸਥੀ ਦੇ ਰਸਤੇ ਤੋਂ ਤੇ ਵਿਆਪਤਾ ਜ਼ਿੰਦਗੀ ਦੇ ਰਸਤੇ ਤੋਂ ਹੀ ਪਰਮਾਤਮਾ ਤੱਕ ਪਹੁੰਚਦੇ ਹਨ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਸਥੀ ਦੇ ਰਸਤੇ ਤੋਂ ਪਹੁੰਚ ਜਾਣਾ ਬਹੁਤ ਸੌਖਾ ਹੈ, ਪਰ ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਅੱਜ ਤੱਕ ਦਾ ਸਾਰਾ ਧਰਮ ਸੰਨਿਆਸੀਆਂ ਦੇ ਅਤ ਪ੍ਰਭਾਵ ਤੋਂ ਪੀੜਤ ਹੈ। ਅੱਜ ਤੱਕ ਦਾ ਸਾਰਾ ਧਰਮ ਗ੍ਰਸਥ ਦੇ ਲਈ ਵਿਕਸਿਤ ਨਹੀਂ ਹੋ ਸਕਿਆ, ਤੇ ਜੇਕਰ ਗ੍ਰਸਥ ਦੇ ਲਈ ਧਰਮ ਵਿਕਸਿਤ ਹੋਇਆ ਹੁੰਦਾ ਤਾਂ ਅਸੀਂ ਜਨਮ ਦੇ ਪਹਿਲੇ ਛਿਨ ਵਿੱਚ ਵਿਚਾਰ ਕੀਤਾ ਹੁੰਦਾ ਕਿ ਕਿਹੋ ਜਿਹੀ ਆਤਮਾ ਨੂੰ ਸੱਦਾ ਦੇਣਾ ਹੈ, ਕਿਹੋ ਜਿਹੀ ਆਤਮਾ ਨੂੰ ਪੁਕਾਰਨਾ ਹੈ, ਕਿਹੋ ਜਿਹੀ ਆਤਮਾ ਨੂੰ ਪ੍ਰਵੇਸ਼ ਦੇਣਾ ਹੈ ਜ਼ਿੰਦਗੀ ਵਿੱਚ। ਜੇਕਰ ਧਰਮ ਦੀ ਠੀਕ ਸਿੱਖਿਆ ਹੋ ਸਕੇ ਤੇ ਇੱਕ ਵਿਅਕਤੀ ਨੂੰ ਜੇਕਰ ਧਰਮ ਦੀ ਦਿਸ਼ਾ ਵਿੱਚ ਠੀਕ ਵਿਚਾਰ, ਕਲਪਨਾ ਤੇ ਭਾਵਨਾ ਦਿੱਤੀ ਜਾ ਸਕੇ ਤਾਂ 20 ਸਾਲਾਂ 'ਚ ਆਉਣ ਵਾਲੇ ਮਨੁੱਖ ਦੀ ਨਸਲ ਨੂੰ ਬਿਲਕੁਲ ਨਵਾਂ ਬਣਾਇਆ ਜਾ ਸਕਦਾ ਹੈ। ਉਹ ਆਦਮੀ ਪਾਪੀ ਹੈ ਜੋ ਆਦਮੀ ਆਉਣ ਵਾਲੀ ਆਤਮਾ ਦੇ ਲਈ ਪ੍ਰੇਮ ਭਰਿਆ ਸੱਦਾ ਭੇਜੇ ਬਿਨਾਂ ਭੋਗ 'ਚ ਉਤਰਦਾ ਹੈ। ਉਹ ਆਦਮੀ ਅਪਰਾਧੀ ਹੈ, ਉਹਦੇ ਬੱਚੇ ਨਾਜਾਇਜ਼ ਹਨ, ਭਾਵੇਂ ਉਹਨੇ ਬੱਚੇ ਵਿਆਹ ਦੇ ਦੁਆਰਾ ਪੈਦਾ ਕੀਤੇ ਹੋਣ। ਜਿਨ੍ਹਾਂ ਬੱਚਿਆਂ ਦੇ ਲਈ ਉਹਨੇ ਬੇਹੱਦ ਪ੍ਰਾਰਥਨਾ ਤੇ ਪੂਜਾ ਨਾਲ ਤੇ ਪਰਮਾਤਮਾ ਨੂੰ ਯਾਦ ਕਰਕੇ ਨਹੀਂ ਬੁਲਾਇਆ, ਉਹ ਆਦਮੀ ਅਪਰਾਧੀ ਹੈ। ਸਾਰੀਆਂ ਸੰਤਾਨਾਂ ਦੇ ਸਾਹਮਣੇ ਉਹ ਅਪਰਾਧੀ ਰਹੇਗਾ। ਕੌਣ ਸਾਡੇ ਅੰਦਰ ਦਾਖਲ ਹੁੰਦਾ ਹੈ, ਇਸ ਉੱਤੇ ਨਿਰਭਰ ਕਰਦਾ ਹੈ ਸਾਰਾ ਭਵਿੱਖ। ਅਸੀਂ ਸਿੱਖਿਆ ਦੀ ਫਿਕਰ ਕਰਦੇ ਹਾਂ, ਅਸੀਂ ਕੱਪੜਿਆਂ ਦੀ ਫਿਕਰ ਕਰਦੇ ਹਾਂ, ਅਸੀਂ ਬੱਚਿਆਂ ਦੀ ਤੰਦਰੁਸਤੀ ਦੀ ਫਿਕਰ ਕਰਦੇ ਹਾਂ, ਪਰ ਬੱਚਿਆਂ ਦੀ ਆਤਮਾ ਦੀ ਫਿਕਰ ਅਸੀਂ ਬਿਲਕੁਲ ਛੱਡ ਹੀ ਦਿੱਤੀ ਹੈ। ਇਸ ਨਾਲ ਕਦੇ ਵੀ ਕੋਈ ਚੰਗੀ ਮਨੁੱਖ ਜਾਤੀ ਪੈਦਾ ਨਹੀਂ ਹੋ ਸਕਦੀ। ਇਸ ਲਈ ਇਹ ਬਹੁਤੀ ਫਿਕਰ ਨਾ ਕਰੋ ਕਿ ਦੂਜੇ ਦੇ ਸਰੀਰ 'ਚ ਕਿਵੇਂ ਪ੍ਰਵੇਸ਼ ਕਰੀਏ। ਇਸ ਗੱਲ ਦੀ ਫਿਕਰ ਕਰੋ ਕਿ ਤੁਸੀਂ ਇਸ ਸਰੀਰ ਵਿੱਚ ਹੀ ਕਿਵੇਂ ਪ੍ਰਵੇਸ਼ ਕਰ ਗਏ ਹੋ। ਇਸ ਸੰਬੰਧ ਵਿੱਚ ਵੀ ਇੱਕ ਮਿੱਤਰ ਨੇ ਪੁੱਛਿਆ ਕਿ ਕੀ ਅਸੀਂ ਆਪਣੇ ਪਿਛਲੇ ਜਨਮਾਂ ਨੂੰ ਜਾਣ ਸਕਦੇ ਹਾਂ? ਯਕੀਨਨ ਹੀ ਜਾਣ ਸਕਦੇ ਹਾਂ, ਪਰ ਅਜੇ ਤਾਂ ਤੁਸੀਂ ਇਸ ਜਨਮ ਨੂੰ ਵੀ ਨਹੀਂ ਜਾਣਦੇ ਹੋ। ਪਿਛਲੇ ਜਨਮਾਂ ਨੂੰ ਜਾਣਨਾ ਤਾਂ ਫਿਰ ਬਹੁਤ ਮੁਸ਼ਕਿਲ ਹੈ। ਯਕੀਨਨ ਹੀ ਮਨੁੱਖ ਜਾਣ ਸਕਦਾ ਹੈ ਆਪਣੇ ਪਿਛਲੇ ਜਨਮਾਂ ਨੂੰ, ਕਿਉਂਕਿ ਜੋ ਵੀ ਇੱਕ ਵਾਰ ਚਿੱਤ ਉੱਤੇ ਯਾਦ ਬਣ ਗਈ ਹੈ ਉਹ ਖਤਮ ਨਹੀਂ ਹੁੰਦੀ। ਉਹ ਸਾਡੇ ਚਿੱਤ ਦੇ ਡੂੰਘੇ ਤਲਾਂ ਵਿੱਚ, ਅਨਕੌਂਸ਼ੀਅਸ ਹਿੱਸਿਆਂ ਵਿੱਚ ਹਮੇਸ਼ਾ ਮੌਜੂਦ ਰਹਿੰਦੀ ਹੈ। ਅਸੀਂ ਜੋ ਵੀ ਜਾਣਦੇ ਹਾਂ ਉਹਨੂੰ ਕਦੇ ਨਹੀਂ ਭੁੱਲਦੇ। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ 1950 ਦੀ 1 ਜਨਵਰੀ ਨੂੰ ਤੁਸੀਂ ਕੀ ਕੀਤਾ ਸੀ, ਤਾਂ ਸ਼ਾਇਦ ਤੁਸੀਂ ਕੁਝ ਵੀ ਨਹੀਂ ਦੱਸ ਸਕੋਗੇ। ਤੁਸੀਂ ਕਹੋਗੇ ਕਿ ਮੈਨੂੰ ਕੀ ਯਾਦ ਹੈ, ਕਿ ਮੈਨੂੰ ਕੁਝ ਵੀ ਯਾਦ ਨਹੀਂ। 1 ਜਨਵਰੀ 1950 ਕੁਝ ਵੀ ਖਿਆਲ ਨਹੀਂ ਆਉਂਦਾ ਕਿ ਮੈਂ ਕੁਝ ਕੀਤਾ। ਪਰ ਜੇਕਰ ਤੁਹਾਨੂੰ ਸੰਮੋਹਿਤ ਕੀਤਾ ਜਾ ਸਕੇ, ਹਿਪਨੋਟਾਈਜ਼ ਕੀਤਾ ਜਾ ਸਕੇ ਤੇ ਆਸਾਨੀ ਨਾਲ ਕੀਤਾ ਜਾ ਸਕੇ, ਤੇ ਤੁਹਾਨੂੰ ਬੇਹੋਸ਼ ਕਰਕੇ ਪੁੱਛਿਆ ਜਾਏ ਕਿ 1 ਜਨਵਰੀ 1950 ਨੂੰ ਤੁਸੀਂ ਕੀ ਕੀਤਾ,
ਤਾਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਦਾ ਵੇਰਵਾ ਇਸ ਤਰ੍ਹਾਂ ਦੱਸ ਦਿਓਗੇ ਜਿਵੇਂ ਹੁਣੇ ਉਹ 1 ਜਨਵਰੀ ਤੁਹਾਡੇ ਸਾਹਮਣੇ ਤੋਂ ਲੰਘ ਰਹੀ ਹੈ। ਤੁਸੀਂ ਇਹ ਵੀ ਦੱਸ ਦਿਓਗੇ ਕਿ 1 ਜਨਵਰੀ ਨੂੰ ਸਵੇਰੇ ਜੋ ਮੈਂ ਚਾਹ ਪੀਤੀ ਸੀ ਉਸ ਵਿੱਚ ਮਿੱਠਾ ਕੁਝ ਘੱਟ ਸੀ। ਤੁਸੀਂ ਇਹ ਵੀ ਦੱਸ ਦਿਓਗੇ ਕਿ ਜਿਸ ਬੰਦੇ ਨੇ ਮੈਨੂੰ ਚਾਹ ਦਿੱਤੀ ਸੀ ਉਹ ਬੰਦੇ ਦੇ ਸਰੀਰ 'ਚੋਂ ਪਸੀਨੇ ਦੀ ਬਦਬੂ ਆ ਰਹੀ ਸੀ। ਤੁਸੀਂ ਇੰਨੀਆਂ ਛੋਟੀਆਂ ਗੱਲਾਂ ਦੱਸ ਦਿਓਗੇ ਕਿ ਜੋ ਜੁੱਤੀ ਮੈਂ ਪਹਿਨੀ ਹੋਈ ਸੀ ਉਹ ਮੇਰੇ ਪੈਰ 'ਚ ਲੱਗ ਰਹੀ ਸੀ। ਸਮੋਹਿਤ ਹਾਲਤ ਵਿੱਚ ਤੁਹਾਡੇ ਅੰਦਰ ਦੀ ਯਾਦ ਨੂੰ ਬਾਹਰ ਲਿਆਇਆ ਜਾ ਸਕਦਾ ਹੈ। ਮੈਂ ਉਸ ਦਿਸ਼ਾ 'ਚ ਬਹੁਤ ਸਾਰੇ ਪ੍ਰਯੋਗ ਕੀਤੇ ਹਨ, ਇਸ ਲਈ ਤੁਹਾਨੂੰ ਕਹਿੰਦਾ ਹਾਂ। ਤੇ ਜਿਸ ਮਿੱਤਰ ਨੂੰ ਵੀ ਇੱਛਾ ਹੋਵੇ ਆਪਣੇ ਪਿਛਲੇ ਜਨਮਾਂ 'ਚ ਜਾਣ ਦੀ, ਉਹਨੂੰ ਲਿਜਾਇਆ ਜਾ ਸਕਦਾ ਹੈ, ਪਰ ਪਹਿਲਾਂ ਉਹਨੂੰ ਇਸੇ ਜਨਮ 'ਚ ਪਿੱਛੇ ਪਰਤਣਾ ਪਏਗਾ। ਇਸ ਜਨਮ ਦੀਆਂ ਯਾਦਾਂ 'ਚ ਪਿੱਛੇ ਮੁੜਨਾ ਪਏਗਾ। ਉੱਥੋਂ ਤੱਕ ਪਿੱਛੇ ਪਰਤਣਾ ਪਏਗਾ ਜਿੱਥੇ ਉਹ ਮਾਂ ਦੇ ਪੇਟ 'ਚ ਕਨਸੀਵ ਹੋਇਆ, ਗਰਭ ਧਾਰਨ ਹੋਇਆ, ਤੇ ਉਸ ਤੋਂ ਬਾਅਦ ਫਿਰ ਦੂਜੇ ਜਨਮਾਂ ਦੀਆਂ ਯਾਦਾਂ 'ਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਪਰ ਧਿਆਨ ਰਹੇ, ਕੁਦਰਤ ਨੇ ਪਿਛਲੇ ਜਨਮਾਂ ਨੂੰ ਭੁਲਾਉਣ ਦਾ ਇੰਤਜ਼ਾਮ ਬਿਨਾਂ ਵਜ੍ਹਾ ਨਹੀਂ ਕੀਤਾ। ਕਾਰਨ ਬਹੁਤ ਮਹੱਤਵਪੂਰਨ ਹਨ ਤੇ ਪਿਛਲੇ ਜਨਮ ਤੋਂ ਤਾਂ ਦੂਰ, ਜੇਕਰ ਤੁਹਾਨੂੰ 1 ਮਹੀਨੇ ਦੀਆਂ ਵੀ ਸਾਰੀਆਂ ਗੱਲਾਂ ਯਾਦ ਰਹਿ ਜਾਣ ਤਾਂ ਤੁਸੀਂ ਪਾਗਲ ਹੋ ਜਾਓਗੇ। 1 ਦਿਨ ਦੀਆਂ ਵੀ ਜੇਕਰ ਸਵੇਰ ਤੋਂ ਸ਼ਾਮ ਤੱਕ ਦੀਆਂ ਸਾਰੀਆਂ ਗੱਲਾਂ ਯਾਦ ਰਹਿ ਜਾਣ ਤਾਂ ਤੁਸੀਂ ਜਿਉਂਦੇ ਨਹੀਂ ਰਹਿ ਸਕੋਗੇ। ਤਾਂ ਕੁਦਰਤ ਦੀ ਸਾਰੀ ਵਿਵਸਥਾ ਇਹ ਹੈ ਕਿ ਤੁਹਾਡਾ ਮਨ ਕਿੰਨੇ ਤਣਾਅ ਝੱਲ ਸਕਦਾ ਹੈ, ਉਨੀ ਯਾਦ ਤੁਹਾਡੇ ਅੰਦਰ ਬਾਕੀ ਰਹਿਣ ਦਿੱਤੀ ਜਾਂਦੀ ਹੈ। ਬਾਕੀ ਸਭ ਹਨੇਰੀ ਖੱਡ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿਵੇਂ ਘਰ 'ਚ ਇੱਕ ਕਬਾੜਖਾਨਾ ਹੁੰਦਾ ਹੈ, ਪਿੱਛੇ ਬੇਕਾਰ ਚੀਜ਼ਾਂ ਤੁਸੀਂ ਕਬਾੜਖਾਨੇ 'ਚ ਸੁੱਟ ਕੇ ਦਰਵਾਜ਼ਾ ਬੰਦ ਕਰ ਦਿੰਦੇ ਹੋ, ਉਵੇਂ ਯਾਦਾਂ ਦਾ ਇੱਕ ਕਲੈਕਟਿਵ ਹਾਊਸ ਹੈ, ਇੱਕ ਅਨਕੌਂਸ਼ੀਅਸ ਘਰ ਹੈ, ਇੱਕ ਅਚੇਤਨ ਘਰ ਹੈ, ਜਿੱਥੇ ਯਾਦ ਵਿੱਚ ਜੋ ਬੇਕਾਰ ਹੁੰਦਾ ਚਲਾ ਜਾਂਦਾ ਹੈ, ਜਿਹਨੂੰ ਚਿੱਤ 'ਚ ਰੱਖਣ ਦੀ ਲੋੜ ਨਹੀਂ ਹੈ, ਉਹ ਸਭ ਜਮ੍ਹਾਂ ਹੁੰਦਾ ਰਹਿੰਦਾ ਹੈ। ਉੱਥੇ ਜਨਮਾਂ ਜਨਮਾਂ ਦੀਆਂ ਯਾਦਾਂ ਜਮ੍ਹਾਂ ਹਨ। ਪਰ ਜੇਕਰ ਕੋਈ ਬੰਦਾ ਅਣਜਾਣੇ, ਬਿਨਾਂ ਸੋਚੇ, ਬਿਨਾਂ ਸਮਝੇ ਹੋਏ ਉਸ ਘਰ 'ਚ ਦਾਖਲ ਹੋ ਜਾਏ ਤਾਂ ਉਸੇ ਵੇਲੇ ਪਾਗਲ ਹੋ ਜਾਏਗਾ। ਇੰਨੀਆਂ ਵੱਧ ਹਨ ਯਾਦਾਂ। ਇੱਕ ਇਸਤਰੀ ਮੇਰੇ ਕੋਲ ਪ੍ਰਯੋਗ ਕਰਦੀ ਸੀ। ਉਹਨਾਂ ਦੀ ਬਹੁਤ ਇੱਛਾ ਸੀ ਕਿ ਉਹ ਪਿਛਲੇ ਜਨਮਾਂ ਨੂੰ ਜਾਣਨ। ਮੈਂ ਉਹਨਾਂ ਨੂੰ ਕਿਹਾ ਕਿ ਇਹ ਹੋ ਸਕਦਾ ਹੈ, ਪਰ ਅੱਗੇ ਦੀ ਜ਼ਿੰਮੇਵਾਰੀ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਹੋ ਸਕਦਾ ਹੈ ਕਿ ਪਿਛਲੇ ਜਨਮ ਨੂੰ ਜਾਣਨ ਨਾਲ ਤੁਸੀਂ ਬਹੁਤ ਫਿਕਰਮੰਦ ਤੇ ਪਰੇਸ਼ਾਨ ਹੋ ਜਾਓ। ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਕਿਉਂ ਪਰੇਸ਼ਾਨ ਹੋਵਾਂਗੀ, ਪਿਛਲਾ ਜਨਮ ਤਾਂ ਹੋ ਚੁੱਕਿਆ, ਹੁਣ ਕੀ ਫਿਕਰ ਦੀ ਗੱਲ। ਉਹਨਾਂ ਨੇ ਪ੍ਰਯੋਗ ਸ਼ੁਰੂ ਕੀਤਾ। ਉਹ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ, ਬੁੱਧੀਮਾਨ ਸਨ, ਸਮਝਦਾਰ ਸਨ, ਹਿੰਮਤ ਵਾਲੀ ਸੀ। ਉਹਨਾਂ ਨੇ ਪ੍ਰਯੋਗ ਸ਼ੁਰੂ ਕੀਤਾ ਤੇ ਜਿਸ ਤਰ੍ਹਾਂ ਮੈਂ ਕਿਹਾ, ਉਹਨਾਂ ਨੇ ਡੂੰਘੇ ਤੋਂ ਡੂੰਘੇ ਮੈਡੀਟੇਸ਼ਨ ਕੀਤੇ, ਡੂੰਘੇ ਤੋਂ ਡੂੰਘਾ ਧਿਆਨ ਕੀਤਾ। ਹੌਲੀ ਹੌਲੀ ਯਾਦਾਂ ਦੇ ਹੇਠਾਂ ਦੀਆਂ ਪਰਤਾਂ ਨੂੰ ਉਭਾਰਨਾ ਸ਼ੁਰੂ ਕੀਤਾ। ਤੇ ਇੱਕ ਦਿਨ, ਜਿਸ ਦਿਨ ਪਹਿਲੀ ਵਾਰ ਉਹਨਾਂ ਨੂੰ ਪਿਛਲੇ ਜਨਮ 'ਚ ਪ੍ਰਵੇਸ਼ ਮਿਲਿਆ, ਉਹ ਦੌੜਦੀ ਹੋਈ ਆਈ। ਉਹਨਾਂ ਦੇ ਹੱਥ ਪੈਰ ਕੰਬ ਰਹੇ ਸਨ, ਅੱਖਾਂ 'ਚੋਂ ਹੰਝੂ ਵਗ ਰਹੇ ਸਨ। ਉਹ ਇੱਕਦਮ ਛਾਤੀ ਪਿੱਟ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਭੁੱਲਣਾ ਚਾਹੁੰਦੀ ਹਾਂ ਉਸ ਗੱਲ ਨੂੰ ਜੋ ਮੈਨੂੰ ਯਾਦ ਆ ਗਈ। ਮੈਂ ਉਸ ਪਿਛਲੇ ਜਨਮ 'ਚ ਹੁਣ ਅੱਗੇ ਨਹੀਂ ਜਾਣਾ ਚਾਹੁੰਦੀ। ਮੈਂ ਕਿਹਾ ਕਿ ਹੁਣ ਮੁਸ਼ਕਿਲ ਹੈ, ਜੋ ਯਾਦ ਆ ਗਈ ਉਹਨੂੰ ਭੁੱਲਣ ਵਿੱਚ ਫਿਰ ਬਹੁਤ ਸਮਾਂ ਲੱਗ ਜਾਏਗਾ। ਪਰ ਇੰਨੀ ਘਬਰਾਹਟ ਕੀ ਹੈ? ਉਹਨਾਂ ਨੇ ਕਿਹਾ ਕਿ ਨਹੀਂ, ਪੁੱਛੋ ਹੀ ਨਾ। ਮੈਂ ਤਾਂ ਸੋਚਦੀ ਸੀ ਕਿ ਮੈਂ ਬਹੁਤ ਪਵਿੱਤਰ ਹਾਂ, ਬਹੁਤ ਚਰਿੱਤਰਵਾਨ ਹਾਂ, ਪਰ ਪਿਛਲੇ ਜਨਮ ਵਿੱਚ ਦੱਖਣ ਦੇ ਇੱਕ ਮੰਦਰ ਵਿੱਚ ਵੇਸਵਾ ਸੀ। ਮੈਂ ਦੇਵਦਾਸੀ ਸੀ ਤੇ ਮੈਂ ਹਜ਼ਾਰਾਂ ਪੁਰਸ਼ਾਂ ਦੇ ਨਾਲ ਸੰਭੋਗ ਕੀਤਾ ਤੇ ਮੈਂ ਆਪਣੇ ਸਰੀਰ ਨੂੰ ਵੇਚਿਆ। ਨਹੀਂ, ਮੈਂ ਉਹਨੂੰ ਭੁੱਲਣਾ ਚਾਹੁੰਦੀ ਹਾਂ। ਮੈਂ ਉਹਨੂੰ ਇੱਕ ਛਿਨ ਵੀ ਨਹੀਂ ਯਾਦ ਰੱਖਣਾ ਚਾਹੁੰਦੀ। ਮੈਂ ਕਿਹਾ ਕਿ ਹੁਣ ਉਹ ਇੰਨਾ ਸੌਖਾ ਨਹੀਂ। ਯਾਦ ਕਰਨਾ ਬਹੁਤ ਸੌਖਾ ਹੈ, ਭੁੱਲਣਾ ਬਹੁਤ ਮੁਸ਼ਕਿਲ ਹੈ। ਪਿਛਲੇ ਜਨਮ 'ਚ ਜਾਇਆ ਜਾ ਸਕਦਾ ਹੈ ਤੇ ਜਿਹਦੀ ਵੀ ਮਰਜ਼ੀ ਹੋਵੇ ਉਹਦੇ ਰਾਹ ਹਨ। ਮੈਥੋਡੋਲੋਜੀ ਹੈ। ਮਹਾਵੀਰ ਤੇ ਬੁੱਧ ਦੋਹਾਂ ਮਨੁੱਖਾਂ ਨੇ ਮਨੁੱਖ ਜਾਤੀ ਨੂੰ ਜੋ ਵੱਡੇ ਤੋਂ ਵੱਡਾ ਦਾਨ ਦਿੱਤਾ ਹੈ, ਉਹਨਾਂ ਦੀ ਅਹਿੰਸਾ ਦਾ ਸਿਧਾਂਤ ਨਹੀਂ ਹੈ। ਉਹ ਸਭ ਤੋਂ ਵੱਡਾ ਦਾਨ ਹੈ ਜਾਤ ਚੇਤੇ ਦਾ ਸਿਧਾਂਤ।
ਉਹ ਹੈ ਪਿਛਲੇ ਜਨਮਾਂ ਦੀਆਂ ਯਾਦਾਂ ਵਿੱਚ ਉਤਰਨ ਦੀ ਕਲਾ। ਮਹਾਵੀਰ ਤੇ ਬੁੱਧ ਦੋਵੇਂ ਹੀ ਪਹਿਲੇ ਆਦਮੀ ਹਨ ਪ੍ਰਿਥਵੀ ਉੱਤੇ ਜਿਨ੍ਹਾਂ ਨੇ ਹਰੇਕ ਸਾਧਕ ਦੇ ਲਈ ਇਹ ਕਿਹਾ ਕਿ ਤਦ ਤੱਕ ਤੁਸੀਂ ਆਤਮਾ ਤੋਂ ਵਾਕਫ ਨਹੀਂ ਹੋ ਸਕੋਗੇ ਜਦ ਤੱਕ ਤੁਸੀਂ ਪਿਛਲੇ ਜਨਮਾਂ 'ਚ ਨਹੀਂ ਉਤਰਦੇ ਹੋ। ਤੇ ਉਹਨਾਂ ਨੇ ਹਰੇਕ ਸਾਧਕ ਨੂੰ ਪਿਛਲੇ ਜਨਮ 'ਚ ਲੈ ਜਾਣ ਦੀ ਫਿਕਰ ਕੀਤੀ। ਧੰਨਵਾਦ।